ਧਨਾਸਰੀ ਮਹੱਲਾ ਪੰਜਵਾ। ਜਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਜ ਧੁਨ, ਨਿਹਚਲ ਰਾਜ ਕਮਾਓ। ਜਿਨ ਤੁਮ ਭੇਜੇ ਤਿਨਹ ਬੁਲਾਏ, ਸੁਖ ਸਹਜ ਸੇਤੀ ਘਰ ਆਓ। ਆਨੰਦ ਮੰਗਲ ਗੁਣ ਗਾਓ ਸਹਜ ਧੁਨ, ਨਿਹਚਲ ਰਾਜ ਕਮਾਓ। ਤੁਮ ਘਰ ਆਵੋ ਮੇਰੇ ਮੀਤ, ਤੁਮਰੇ ਦੋਖੀ ਹਰ ਆਪ ਨਿਵਾਰੇ। ਆਪਦਾ ਭਈ ਬਤੀਤ ਰਾਓ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਨਾਸਨ ਭਜਨ ਥਾਕੇ, ਘਰ ਮੰਗਲ ਵਾਜੈ ਨਿਤ ਵਾਜੇ। ਆਪਣਾ ਖਸਮ ਨਿਵਾਜੇ, ਅਸਥਿਰ ਰਹੋ ਡੋਲੋ ਮਤ ਕਬਹੂ। ਗੁਰ ਕੈ ਬਚਨ ਆਧਾਰ, ਜੈ ਜੈਕਾਰ ਸਗਲ ਭੂਮੰਡਲ। ਮੁਖ ਉਜਲ ਦਰਬਾਰ, ਜਿਨ ਕੇ ਜੀਤ ਨਹੀਂ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆ ਕਰਨ ਹਾਰੈ। ਨਾਨਕ ਸੱਚ ਵਡਿਆਈ, ਜਿਨ ਕੇ ਜੀਤ ਨਹੀਂ ਫੇਰੇ। ਆਪੇ ਭਇਆ ਸਹਾਈ, ਅਚਰਜ ਕੀਆ ਕਰਨ ਹਾਰੈ। ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਾਰੀ ਸਤ ਸੰਗਤ ਜੀਓ, ਬੜੇ ਭਾਗੇ ਹਾਂ ਉਸ ਅਕਾਲ ਪੁਰਖ ਦੀ ਮਹਾਨ ਬਖਸ਼ਿਸ਼ ਹੋਈ ਹੈ। ਮਨੁੱਖਾ ਜਨਮ ਉਸਨੇ ਬਖਸ਼ਿਆ ਹੈ, ਬੁੱਧ ਬਖਸ਼ੀ ਹੈ। ਇੱਕ ਕਰਮ ਇੰਦਰੇ ਗਿਆਨ ਇੰਦਰੇ ਦਿੱਤੇ ਹਨ। ਗੋਬਿੰਦ ਮਿਲਨ ਕੀ ਬਰੀਆ, ਇਹ ਦੇਹ ਬਖਸ਼ੀ ਹੈ ਔਰ ਸਿੱਖੀ ਬਖਸ਼ੀ ਹੈ। ਗੁਰ ਜੋਤ ਬਖਸ਼ੀ ਹੈ, ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ। ਇਸ ਦੀ ਚਰਨ ਸ਼ਰਨ ਵਿੱਚ ਸਾਨੂੰ ਲਗਾਇਆ ਹੈ ਕਿ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਪਾਵਨ ਸਥਾਨ ਅੰਮ੍ਰਿਤਸਰ ਸਾਹਿਬ, ਐਸਾ ਸਥਾਨ ਬਖਸ਼ਿਆ ਹੈ ਜੋ ਸਿੱਖੀ ਦਾ ਕੇਂਦਰ ਹੈ। ਹਾਜ਼ਰ ਹੋਏ ਹੋ
ਇਹ ਵਿਗਿਆਨਕ ਉਪਕਰਨ ਰਾਹੀਂ, ਮੀਡੀਏ ਰਾਹੀਂ, ਆਪ ਟੀਵੀ ਚੈਨਲ ਰਾਹੀਂ ਦੂਰ ਬੈਠੇ ਹੋਏ ਇੱਥੇ ਦਾ ਸਾਰਾ ਪ੍ਰੋਗਰਾਮ ਸਰਵਣ ਕਰਦੇ ਹੋ, ਦਰਸ਼ਨ ਕਰਦੇ ਹੋ। ਵਡਭਾਗੇ ਹਾਂ। ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤੀ ਹੈ ਉਹ ਝੋਲੀ ਵਿੱਚ ਪਾਉਣ ਵਾਸਤੇ ਇੱਕ ਦੋ ਬਚਨ ਉਹ ਧਿਆਨ 'ਚ ਲੈ ਨੇ। ਅੱਜ ਦਾ ਫਰਮਾਨ ਜੋ ਹੁਕਮ ਹਰਿਮੰਦਰ ਸਾਹਿਬ ਬਖਸ਼ਿਸ਼ ਹੋਇਆ, ਮੂਲ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਆਪ ਨੂੰ ਸਰਵਣ ਕਰਵਾਇਆ ਹੈ। ਇੱਕ ਬਚਨ ਧਿਆਨ ਵਿੱਚ ਰੱਖਣਾ, ਅਕਾਲ ਪੁਰਖ ਨੇ ਜੋ ਸਾਨੂੰ ਦਿੱਤਾ ਇਹ ਜੀਵਨ ਨਹੀਂ, ਅਵਸਰ ਹੈ। ਜੀਵਨ ਤੇ ਸਤਿਗੁਰੂ ਬਖਸ਼ਦਾ ਹੈ। ਜੀਵਨ ਦੀ ਜੁਗਤੀ ਕਿ ਜਿਉਣਾ ਕਿਸ ਢੰਗ ਨਾਲ ਹੈ ਤੇ ਆਨੰਦਿਤ ਕਿਵੇਂ ਰਹਿਣਾ, ਇਹ ਤੇ ਗੱਲ ਦੱਸਣੀ ਹੈ ਸਤਿਗੁਰੂ ਨੇ। ਇੱਕ ਮਹਾਤਮਾ ਸੁੰਦਰਦਾਸ ਹੋਏ ਨੇ, ਉਹਨਾਂ ਨੇ ਬੜੀ ਸੁੰਦਰ ਗੱਲ ਕਹੀ ਹੈ। ਕਹਿੰਦਾ ਰੱਬ ਦੇ ਬਣਾਏ ਤੇ ਨਰਕਾਂ ਨੂੰ ਤੁਰੇ ਜਾਂਦੇ ਸਨ। ਹੁਣ ਜਿੰਨੇ ਨਰਕਾਂ ਨੂੰ ਜਾਂਦੇ ਨੇ ਇਹਨਾਂ ਨੂੰ ਬਣਾਇਆ ਕਿਸ ਨੇ? ਚੋਰ, ਲੁਟੇਰੇ, ਹਥਿਆਰੇ, ਵੱਡੇ ਵੱਡੇ ਪਾਪ ਕਰਨ ਵਾਲੇ ਆਪ ਹੀ ਬਣ ਗਏ। ਇਹਨਾਂ ਨੂੰ ਕਿਸ ਨੇ ਸਿਰਜਿਆ, ਕਿਸ ਨੇ ਬਣਾਇਆ? ਪ੍ਰਮਾਤਮਾ ਨੇ। ਗੋਬਿੰਦ ਕੇ ਕੀਏ ਜੀਵ ਜਾਤ ਥੇ ਰਸਾਤਲ ਕੋ, ਉਹਦੇ ਬਣਾਏ ਤੇ ਰਸਾਤਲ ਨਰਕਾਂ ਨੂੰ ਜਾ ਰਹੇ ਸਨ। ਗੋਰੇ ਉਪਦੇਸ਼ ਸੁਣ ਛੂਟੇ ਜਮ ਫੰਦ ਤੇ, ਪਰ ਜਿਨ੍ਹਾਂ ਗੁਰੂ ਦਾ ਸ਼ਬਦ ਸੁਣ ਲਿਆ ਜਮਾਂ ਦੀ ਫਾਹੀ ਤੋਂ ਛੁਟਕਾਰਾ ਹੋ ਗਏ। ਗੁਰੂ ਨੇ ਜੀਵਨ ਜੁਗਤੀ ਦੱਸ ਦਿੱਤੀ। ਗੋਬਿੰਦ ਕੇ ਕੀਏ ਜੀਵ ਬੂਢਤ ਭਵ ਸਾਗਰ ਮੈਂ, ਰੱਬ ਦੇ ਬਣਾਏ ਤੇ ਭਵ ਸਾਗਰ ਵਿੱਚ ਡੁੱਬ ਰਹੇ ਸਨ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤੇ ਡੂਬੀ ਆਲੇ। ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਨੇ ਕਿਰਪਾ ਕਰਕੇ ਬਚਾ ਲਿਆ। ਗੋਬਿੰਦ ਕੇ ਕੀਏ ਜੀਵ ਬੂਢਤ ਭਵ ਸਾਗਰ ਮੈਂ, ਸੁੰਦਰ ਕਹਿਤ ਗੁਰੂ ਕਾਢੇ ਦੁੱਖ ਫੰਦ ਤੇ। ਅੱਗੇ ਕਿਹਾ ਗੋਬਿੰਦ ਕੇ ਕੀਏ ਜੀਵ ਕਰਮਨ ਕੇ ਵਸ ਹੋ, ਤੇ ਫੋਕਟ ਕਰਮਾਂ 'ਚ ਪੈ ਗਿਆ। ਉਹ ਕਰਮ ਕਰ ਰਿਹਾ ਜਿਹੜੇ ਕਿਸੇ ਕੰਮ ਨਹੀਂ। ਗੁਰੂ ਕੇ ਨਿਵਾਜੇ ਸੋ ਫਿਰੇ ਸਵੈਛੰਦ ਤੇ, ਔਰ ਕਹਾਂ ਲੋ ਕੁਛ ਮੁਖ ਦੇ ਬਣਾਏ ਕਹੂੰ। ਕਹਿੰਦੇ ਨੇ ਮੈਂ ਗੱਲਾਂ ਕੋਈ ਬਣਾਉਟੀ ਬਣਾ ਕੇ ਨਹੀਂ ਕਹਿੰਦਾ, ਕੀ ਕਹਾਂ? ਗੁਰੂ ਜੀ ਕੀ ਮਹਿਮਾ ਤੋ ਹੋਇਆ ਦੇਖੋ ਗੋਬਿੰਦ ਤੇ। ਗੁਰੂ ਦੀ ਮਹਿਮਾ ਤੇ ਪਰਮਾਤਮਾ ਤੋਂ ਵੀ ਜ਼ਿਆਦਾ ਹੈ। ਬਹੁਤ ਸਾਰੇ ਸੰਤਾਂ ਐਸਾ ਕਿਹਾ ਹੈ, ਗੁਰ ਗੋਬਿੰਦ ਦੋਨੋਂ ਖੜੇ ਕਿਸਕੇ ਲਾਗੋਂ ਭਾਏ। ਮੇਰਾ ਗੁਰੂ ਖਲੋਤਾ ਹੈ ਤੇ ਨਾਲ ਪਰਮਾਤਮਾ ਖਲੋਤਾ ਹੈ। ਪਹਿਲੋਂ ਮੱਥਾ ਕਿਸ ਨੂੰ ਟੇਕਾਂ? ਗੋਬਿੰਦ ਨੂੰ ਟੇਕਾਂ ਕਿ ਜਾਂ ਗੁਰੂ ਨੂੰ ਮੱਥਾ ਟੇਕਾਂ? ਕਿਸ ਦੇ ਚਰਨਾਂ ਤੇ ਸਿਰ ਰੱਖਾਂ? ਕਹਿੰਦੇ ਨੇ ਅਖੀਰ ਮੈਂ ਫੈਸਲਾ ਕੀਤਾ, ਪਰਮਾਤਮਾ ਤੂੰ ਕਿੰਨਾ ਵੱਡਾ ਹੋਵੇਂ, ਪਰ ਜੇ ਗੁਰੂ ਨਾ ਮਿਲਦਾ ਤੇ ਤੇਰੀ ਦਾਸੀ ਨਹੀਂ ਸੀ ਪੈਣੀ। ਗੁਰੂ ਨਾ ਮਿਲਦਾ ਮੈਂ ਤੇਰੇ ਤੱਕ ਪਹੁੰਚਦਾ ਕਿਵੇਂ? ਇਸ ਲਈ ਮੈਂ ਗੁਰੂ ਨੂੰ ਹੀ ਪਹਿਲੇ ਮੱਥਾ ਟੇਕਣਾ। ਗੁਰੂ ਨੇ ਪ੍ਰਮਾਤਮਾ ਤੱਕ ਪਹੁੰਚਾ ਦਿੱਤਾ। ਇਹ ਜਗਤ ਮਮਤਾ ਮੋਆ, ਜੀਵਨ ਕੀ ਬਿਦ ਨਾਹੀਂ ਗੁਰ ਕੈ ਭਾਣੇ, ਜੇ ਚਲੇ ਤਾਂ ਜੀਵਨ ਪਦਵੀ ਪਾਏ। ਅੱਜ ਸ਼ਬਦ ਜੋ ਆਪਨੇ ਸਰਵਣ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 678 ਤੇ ਸੁਭਾਏਮਾਨ ਹੈ। ਔਰ ਇਹ ਧਨਾਸਰੀ ਰਾਗ ਵਿੱਚ ਸਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਸ਼ਬਦ ਦਾ ਮੁੱਖ ਭਾਵ ਹੈ ਤੁਮ ਘਰ ਆਵੋ ਮੇਰੇ ਮੀਤ। ਹੇ ਮੇਰੇ ਮਿੱਤਰੋ, ਤੁਸੀਂ ਆਪਣੇ ਘਰ ਵਿੱਚ ਆ ਜਾਓ। ਇਹ ਸ਼ਬਦ ਐਸਾ ਹੈ ਬਹੁਤ ਸਾਰੇ ਇਸ ਦੇ ਅਰਥ ਹੋ ਗਏ। ਫਰੀਦਕੋਟ ਵਾਲਾ ਸਟੀਕ, ਟਕਸਾਲੀ ਵਿਦਵਾਨ
ਸਿੰਘ ਸਭਾਈ ਪ੍ਰਣਾਲੀ, ਬਾਕੀ ਵਿਦਵਾਨ, ਪ੍ਰੋਫੈਸਰ ਤਬਕਾ, ਵੱਖ ਵੱਖ ਸਭ ਨੇ ਅਰਥ ਕੀਤੇ ਨੇ। ਉਸ ਦਾ ਕਾਰਨ ਕੀ ਹੈ? ਮਿੱਤਰਾਂ ਦੇ ਨਾਂ ਕਿਤੇ ਲਿਖ ਦਿੱਤਾ ਹੁੰਦਾ ਨਾ, ਕਿਹੜੇ ਮੀਤ, ਤੇ ਗੱਲ ਮੁੱਕ ਜਾਂਦੀ। ਨਹੀਂ, ਉਹ ਗੱਲ ਹੈ ਹੁਣ ਸੰਕੇਤਕ ਮੀਤ ਹੁਣ ਕਿਹੜੇ? ਵਿਦਵਾਨਾਂ ਨੇ ਤੇ ਅਰਥ ਕੀਤੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਹੈ, ਕਿ ਵਡਾਲੀ ਜਿਨ੍ਹਾਂ ਤੁਹਾਨੂੰ ਭੇਜਿਆ ਉਹਨਾਂ ਨੇ ਹੀ ਅੰਮ੍ਰਿਤਸਰ ਸਾਹਿਬ ਬੁਲਾਏ। ਪਰ ਕੁਛ ਵਿਦਵਾਨਾਂ ਨੇ ਲਿਖ ਦਿੱਤਾ ਸੰਗਤਾਂ ਵਾਸਤੇ ਹੈ, ਬਹੁਤਿਆਂ ਵਾਸਤੇ ਹੈ, ਕਿ ਨਾਲ ਸੰਗਤ ਵੀ ਸੀ। ਮਿੱਤਰੋ, ਗੁਰਸਿੱਖੋ ਆ ਜਾਓ, ਤੁਸੀਂ ਜਿੰਨੇ ਵਡਾਲੀ ਭੇਜਿਆ ਸੀ ਉਸੇ ਨੇ ਹੀ ਅੰਮ੍ਰਿਤਸਰ ਸਾਹਿਬ ਬੁਲਾਇਆ। ਬਿਪਤਾ ਹੁਣ ਟਲ ਗਈ ਤੇ ਤੁਸੀਂ ਵਾਪਸ ਆ ਜਾਓ। ਕੁਛ ਵਿਦਵਾਨ ਕਹਿੰਦੇ ਨੇ ਮਨ ਨੂੰ ਆਖਿਆ ਬਾਹਰ ਨਾ ਭਟਕ, ਅੰਦਰ ਆ ਜਾ। ਕੁਛ ਵਿਦਵਾਨ ਜਿਨ੍ਹਾਂ ਕਿਹਾ ਮੇਰੀ ਜਿੰਦ ਜਿੰਨੇ ਤੈਨੂੰ ਸੰਸਾਰ 'ਚ ਭੇਜਿਆ ਉਸਨੇ ਹੀ ਆਪਣੇ ਵੱਲ ਬੁਲਾਇਆ। ਅਰਥ ਬਹੁਤ ਹੋ ਗਿਆ, ਕਿਉਂਕਿ ਲਿਖਿਆ ਨਹੀਂ ਕਿਹੜੇ ਮਿੱਤਰ। ਜਦੋਂ ਕੋਈ ਐਸਾ ਸ਼ੱਕ ਪਵੇ, ਜਿੱਥੇ ਪ੍ਰਸ਼ਨ ਹੁੰਦਾ ਉੱਥੇ ਹੀ ਉੱਤਰ ਹੁੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਨੇ। ਮੈਨੂੰ ਯਾਦ ਆਉਂਦੀ ਇਹ ਗੱਲ ਕਿ ਇੱਕ ਵਾਰੀ ਭਗਤ ਪੂਰਨ ਸਿੰਘ ਹੋਰਾਂ ਕੋਈ ਗੱਲ ਪੁੱਛੀ ਪ੍ਰੋਫੈਸਰ ਜੋਤ ਸਿੰਘ ਹੋਰਾਂ ਕੋਲੋਂ, ਤੇ ਉਹ ਕਹਿਣ ਲੱਗੇ ਮੈਨੂੰ ਵੀ ਸ਼ੰਕਾ ਆਇਆ ਸੀ, ਪਰ ਮੈਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਿਰ ਰੱਖਿਆ ਕਿ ਪੂਰੇ ਗੁਰੂ, ਸਾਡਾ ਗੁਰੂ ਤੁਹਾਨੂੰ ਤੁਹਾਡੇ ਲੜ ਲਾ ਗਏ ਹੈ, ਤੇ ਮੈਂ ਤੇ ਹਰ ਗੱਲ ਦਾ ਉੱਤਰ ਤੁਹਾਡੇ ਕੋਲੋਂ ਪੁੱਛਣਾ, ਤੁਸੀਂ ਕਿਰਪਾ ਕਰਕੇ ਦੱਸੋ। ਆਵਾਜ਼ਾਂ ਤੇ ਸਿੱਖਾਂ ਨੂੰ ਮਾਰੀਆਂ ਨੇ। ਆਵੋ ਹੁਣ ਉਹ ਪੰਕਤੀਆਂ ਮੈਂ ਕੁਛ ਤੁਹਾਨੂੰ ਸੁਣਾ ਦਿਆਂ। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਆਵੋ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਆਵੋ ਮੀਤ ਪਿਆਰੇ, ਮੰਗਲ ਗਾਵੋ ਨਾਰੇ। ਆਵੋ ਮਿੱਤਰੋ ਭਾਈ। ਅਰਥ ਐਸਾ ਹੀ ਕੋਈ ਚਾਹੀਦਾ ਹੈ ਜਿਹੜਾ ਸਾਰਿਆਂ ਨੂੰ ਕਵਰ ਕਰੇ, ਪਿਛਲਿਆਂ ਨੂੰ ਵੀ। ਗੁਰੂ ਤੇ ਸੰਗਤ ਵੀ ਵੱਖ ਵੱਖ ਨਹੀਂ, ਗੁਰੂ ਤੇ ਸੰਗਤ ਇੱਕ ਹੀ ਨੇ। ਗੁਰੂ ਜੋਤ ਦੀ ਇਹੀ ਵਿਸ਼ੇਸ਼ਤਾ, ਵੱਖ ਰਹੇ ਹੀ ਨੇ। ਗੁਰੂ ਜੋਤ ਸੰਗਤ ਵਿੱਚ ਹੀ ਮਿਕਸ ਹੋ ਗਈ, ਸੰਗਤ ਵਿੱਚ ਲੀਨ ਹੋ ਗਈ। ਉਹਨਾਂ ਕਿਹਾ ਮੈਂ ਤੇ ਤੁਸੀਂ ਵੱਖ ਨਹੀਂ, ਮੇਰਾ ਤੁਹਾਡੇ ਵਿੱਚ ਵਾਸਾ ਹੈ। ਰੱਬ ਵੀ ਵਿੱਚ ਹੀ ਵਸਦਾ, ਤੁਹਾਡੇ ਤੋਂ ਵੱਖ ਨਹੀਂ। ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪਬ ਵਸੈ ਜੀਓ। ਗੁਰੂ ਤੇ ਸੰਗਤ ਇੱਕ ਨੇ ਭਾਈ। ਜਿਸ ਪ੍ਰਮਾਤਮਾ ਨੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਉਸੇ ਨਹੀਂ ਬੁਲਾਏ। ਅਸੀਂ ਤੇ ਕੁਰਾਏ ਪੈ ਗਏ ਸਾਂ। ਅਜਬ ਕੰਮ ਕਰਤੇ ਹਰ ਘੇਰੇ, ਇਹ ਮਨ ਭੂਲਾ ਜਾਂਦਾ ਫੇਰੇ। ਅਜੀਬ ਕੰਮ ਨੇ ਕਰਤੇ ਦੇ ਕਿ ਭੁੱਲੇ ਜਾਂਦੇ ਮਨ ਨੂੰ। ਇਹ ਕੰਮ ਬੜਾ ਔਖਾ ਸੀ। ਬੰਦੇ ਨੂੰ ਕੋਈ ਆਦਤ ਬਣ ਜਾਏ ਨਾ, ਵਿਕਾਰਾਂ ਦੀ ਆਦਤ ਬਣ ਜਾਏ, ਉਹਨੂੰ ਪਰਤਾਉਣਾ ਮੋੜਨਾ ਬਹੁਤ ਮੁਸ਼ਕਲ, ਬਹੁਤ ਔਖਾ ਕੰਮ ਹੈ। ਇਹ ਸੌਖਾ ਕੰਮ ਨਹੀਂ ਉਹਨੂੰ ਵਾਪਸ ਲਿਆਉਣਾ। ਮੈਂ ਕੁਛ ਇਤਿਹਾਸਕ ਘਟਨਾਵਾਂ ਪੜ੍ਹੀਆਂ ਤੇ ਹੈਰਾਨ ਹੋਇਆ ਕਿ ਬਿਹਾਰ 'ਚ ਇੱਕ ਡਾਕੂ ਹੋਇਆ। ਇਹਦਾ ਨਾਂ ਸੀ ਅੰਗੁਲੀਮਾਲ। ਇਸ ਸੁਖਨਾ ਨਾਮਰਾਦ ਨੇ ਕੀ ਸੁਖੀ ਦੇਵੀ ਅੱਗੇ ਕਿ 1000 ਬੰਦੇ ਦੇ ਸਿਰ ਭੇਟਾ ਕਰਾਂਗਾ। 999 ਬੰਦੇ ਮਾਰ ਕੇ ਉਹਨਾਂ ਦੇ ਸਿਰ ਜਿਹੜੇ ਸਨ ਉਹ ਬਲੀ ਦੇ ਦਿੱਤੀ। ਇੱਕ ਚਾਹੀਦਾ ਸੀ। ਤੇ ਉਹ ਮਹਾਤਮਾ ਬੁੱਧ ਆ ਗਿਆ, ਉਹਨੂੰ ਕਹਿਣ ਲੱਗਾ ਤੇਰਾ ਸਿਰ ਕੱਟਣਾ ਹੈ। ਤੇ ਕਹਿਣ ਲੱਗਾ ਕਿਉਂ? ਦੇਵੀ ਦੀ ਭੇਟਾ ਕਰਨਾ ਹੈ। ਤੇ ਉਹ ਕਹਿਣ ਲੱਗੇ ਭਲਿਆ ਲੋਕਾ, ਤੂੰ ਭੇਟਾ ਹੀ ਕਰਨਾ ਹੈ ਤੇ ਕੁਛ ਹੋਰ ਕਰ, ਬੰਦਿਆਂ ਦੇ ਸਿਰ। ਉਹ ਕਹਿਣ ਲੱਗਾ ਕਰਨਾ। ਕਹਿਣ ਲੱਗੇ ਅੱਛਾ ਇੱਕ ਕੰਮ ਕਰ, ਮਰਨ ਲੱਗੇ ਬੰਦੇ ਦੀ ਇੱਕ ਆਸ ਪੂਰੀ ਕਰੀ ਦੀ ਹੈ। ਕਹਿਣ ਲੱਗਾ ਕਰਾਂਗਾ, ਤੇਰੀ ਵੀ ਕਰਾਂਗਾ, ਮੇਰਾ ਬਚਨ ਹੋਇਆ। 10 ਆਸ ਕੀ ਹੈ? ਕਹਿਣ ਲੱਗਾ ਰੁੱਖ ਦੀ ਟਾਹਣੀ ਕੱਟ ਦੇ।
ਮਾਰਿਆ ਉਸਨੇ ਕੁਹਾੜਾ ਤੇ ਉਹ ਟਾਹਣੀ ਕੱਟ ਦਿੱਤੀ ਤੇ ਕਹਿਣ ਲੱਗਾ ਅੱਧੀ ਆਸ ਪੂਰੀ ਹੋਈ, ਅੱਧੀ ਉਹ ਵੀ ਕਰ, ਤੂੰ ਬਚਨ ਕੀਤਾ ਉਸੇ ਤਰ੍ਹਾਂ ਜੋੜ ਦੇ ਜਿਵੇਂ ਪਹਿਲੇ ਸੀ। ਲਗਾ ਇਹ ਤੇ ਮੁਸ਼ਕਲ, ਕੱਟ ਤੇ ਮੈਂ ਦਿੱਤੀ ਹੈ, ਜੋੜਿਆ ਮੇਰੇ ਕੋਲੋਂ ਨਹੀਂ ਜਾਣਾ। ਕਹਿਣ ਲੱਗਾ ਬਸ ਤੂੰ ਤੋੜਨਾ ਹੀ ਜਾਣਨਾ, ਆ ਤੈਨੂੰ ਜੋੜਨਾ ਸਿਖਾਵਾਂ। ਉਸ ਪ੍ਰਮਾਤਮਾ ਨੇ ਜੋੜਿਆ, ਸੰਸਾਰ ਬਣਾਇਆ, ਤੋੜਨਾ ਬਹੁਤ ਵੱਡਾ ਪਾਪ ਹੈ। ਐਸੀ ਮਨ ਨੂੰ ਗੱਲ ਲੱਗੇ, ਉਹ ਮਹਾਨ ਸਾਧੂ ਬਣ ਗਿਆ। ਬਾਬਰ ਦਾ ਨਾਮ ਤੁਸੀਂ ਸਾਰਿਆਂ ਸੁਣਿਆ। ਇਹ ਮੁਗਲਿਆ ਸਲਤਨਤ ਦਾ ਇੱਥੇ ਪਹਿਲਾ ਬਾਦਸ਼ਾਹ ਸੀ। ਗੁਰੂ ਨਾਨਕ ਦੇਵ ਜੀ ਨੂੰ ਸੈਦਪੁਰ ਵਿੱਚ ਮਿਲਿਆ ਸੀ, ਜਿੱਥੇ ਸ਼ਬਦ ਉਚਾਰਨ ਕੀਤੇ, ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇ, ਕਰਤਾ ਜਮ ਕਰ ਮੁਗਲ ਚੜਾਇਆ, ਇਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ। ਬਾਬਰ ਨੇ ਸਤਿਗੁਰੂ ਤੋਂ ਇੰਨਾ ਪ੍ਰਭਾਵਿਤ ਹੋਇਆ ਤੇ ਇਹਨਾਂ ਦੀ ਖਾਤਰ ਸੇਵਾ ਲਈ ਪਤਾ ਕੀ ਕੀਤਾ, ਭੰਗ ਰੱਖ ਦਿੱਤੀ ਅੱਗੇ ਥੈਲੇ ਚੋਂ ਕੱਢ ਕੇ, ਸ਼ਰਾਬ ਰੱਖ ਦਿੱਤੀ। ਉਸ ਵੇਲੇ ਦੇ ਫਕੀਰ ਇਹ ਵਰਤਦੇ ਸਨ। ਸਤਿਗੁਰੂ ਕਹਿਣ ਲੱਗੇ ਦਰਵੇਸ਼ਾਂ ਦੀ ਤੋਹੀਨ ਨਾ ਕਰ, ਸਾਨੂੰ ਰੱਬ ਨੇ ਉਹ ਨਸ਼ਾ ਦਿੱਤਾ ਹੈ ਜਿਹੜਾ ਕਦੀ ਉਤਰਦਾ ਹੀ ਨਹੀਂ, ਵਾਰ-ਵਾਰ ਪੀਣ ਦੀ ਲੋੜ ਨਹੀਂ। ਸ਼ਬਦ ਉਚਾਰਨ ਕੀਤੇ, ਭਉ ਤੇਰਾ ਭਾਂਗ, ਪ੍ਰਮਾਤਮਾ ਤੇਰਾ ਭਉ, ਤੇਰਾ ਅਦਬ, ਇਹ ਮੇਰੀ ਭੰਗ ਹੈ। ਭਉ ਤੇਰਾ ਭਾਂਗ, ਖਲੜੀ ਮੇਰਾ ਚੇਤ, ਝੋਲੀ ਖਲੜੀ ਉਹ ਪਾਉਣ, ਭੰਗ ਪਾਉਣ ਵਾਲੀ ਕਿਹੜੀ ਹੈ, ਮੇਰਾ ਚਿੱਤ। ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੇ ਭੂਖ, मैं दर मांगो नीता नहीं। था यही आलम के नानक देव ने ये कह दिया, इसका पीना भी खता, इसका पिलाना भी खता। ये पीना भी पाप है, शराब ते पिलाना भी पाप है। ये परी शीशे में जहरी नाग से कुछ कम नहीं। शक्ल पानी की है, जापती ते बोतल चो भी पानी है, लेकिन आग से कुछ कम नहीं, ते अग है। तू जो पी लेता है इससे प्यास मर सकती नहीं, मैंने जो पी है क़यामत तक उतर सकती नहीं। पारसा बन जा, यही तलकीन दरवेशी की है, जामे मैं की मैकश, जामे मैं की पेशकश तौहीन दुर्वेशी की है। बाबर प्रभावित होया। मरण तो 3 साल पहले इस बंदे शराब छड्ड दित्ती सी। मैं इसका इतिहास पढ़िया। वो बंदा इन्ना अयाश जिहड़ा कश्मीर गया तो कहंदा अगर बर रूए, अगर फिरदौस बर रूए जमी अस्त हम ही अस्तो, हम ही अस्तो, हम ही अस्तो। जमीन ते कोई बहिश्त है तो कश्मीर है। तो फिर नाल कहंदा रूजे नो बहारो मैं दिल रुबा खुश अस्त। बाबर ऐश कोश के आलम दोबारा नेस्त। बाबर ऐश कर, खा पी मौजा लै, दुनिया च वार वार नहीं आना। गुरु नानक देव जी नालों 9 साल पहले बाबर चढ़ाई कर गए। बाबर सन 1527 विच चढ़ाई कर गया। हाँ 1530 विच चढ़ाई कर गया। 1530 विच इसने शराब छड्ड दित्ती। ये चित्तौड़ दे राजे राणा सांगा नूं जित के सोने दे जिन्ने प्याले सन, सुराइयां सन, शराब पीण दा जिन्ना समान सी सारा दान कर दिता। मन मुड़ गया, पुत्र हो गया बीमार, परिक्रमा कीतियां मंजे दियां ते कहन लगा मैंने जान दी दी, मैंने जान दे दी। मैंने 3 वारी आखिया मैंने जान दे दी। रब्बा मेरी जान ले ले, मेरे पुत्र नूं बचा दे। बाबर मर गया, पुत्र बच गया। और ऐसा हो जाता जी। सरदार शाम सिंह अटारी ये बाप निहाल सिंह ने, महाराजा रणजीत सिंह बीमार हो गए, वैदा जवाब दे देता। 3 परिक्रमा मंजे दियां करके कहा, हे मेरे सतगुरु समर्थ गुरु, मेरी जान ले लिया ते महाराजा रणजीत सिंह तू बख्श दे, मेरी उम्र इनू दे दे। निहाल सिंह होरी बीमार पै गए, चढ़ाई कर गए, रणजीत सिंह होरी बच गए। मैं अर्ज कर रहा सा, बाबर वर्गे मन जिहड़े ने ये मुड़ जाते हैं।
ਗੁਰੂ ਸਾਹਿਬ ਜੀ ਕਹਿੰਦੇ ਨੇ ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੂਲਾ ਜਾਂਦਾ ਫੇਰ। ਪਹਿਲਾ ਜੀਵਨ ਕਦੀ ਯਾਦ ਆ ਜਾਂਦਾ। ਬੰਦਾ ਕਹਿੰਦਾ ਮੈਂ ਤੇ ਦਿਨ ਰਾਤ ਨਿੰਦਾ ਚੁਗਲੀ ਸੁਣਦਾ ਸਾਂ, ਤੇ ਹੁਣ ਮੈਂ ਉੱਠ ਕੇ ਜਪਜੀ ਸਾਹਿਬ ਪੜ੍ਹ ਰਿਹਾ, ਸੁਖਮਨੀ ਸਾਹਿਬ ਪੜ੍ਹਦਾ। ਮੈਂ ਤੇ 9 ਵਜੇ ਤੱਕ ਸੁੱਤਾ ਨਹੀਂ ਸੀ ਉੱਠਦਾ, ਹੁਣ ਕਿਵੇਂ ਮੈਂ 4 ਵਜੇ 2 ਵਜੇ ਸੁੱਤਾ ਉੱਠ ਪੈਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਦਾ। ਇਹ ਹੋਇਆ ਕਿਵੇਂ? ਮੈਂ ਤੇ ਕਦੀ ਕਿਸੇ ਦਾ ਭਲਾ ਨਹੀਂ ਸੀ ਕੀਤਾ, ਇਹਨੇ ਬੁਰੇ ਕੰਮ ਕਰਦਾ ਸਾਂ, ਹੁਣ ਮੈਂ ਲੰਗਰ ਲਗਾ ਰਿਹਾ, ਪਰਉਪਕਾਰ ਹੋ ਰਹੇ। ਇਹ ਕਿਵੇਂ ਹੋ ਰਹੇ ਨੇ? ਤੂੰ ਨਹੀਂ ਕਰ ਰਿਹਾ। ਇਹ ਤੇ ਪ੍ਰਮਾਤਮਾ ਦੀ ਕਿਰਪਾ, ਉਹਨੇ ਫੇਰ ਦਿੱਤਾ, ਤੇਰਾ ਮਨ ਫੇਰ ਦਿੱਤਾ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੂਲਾ ਜਾਂਦਾ ਫੇਰੇ। ਰੱਬ ਵੈਸੇ ਆਵਾਜ਼ਾਂ ਤੇ ਮਾਰ ਰਿਹਾ ਸਾਰਿਆਂ ਨੂੰ, ਗੁਰੂ ਆਵਾਜ਼ਾਂ ਮਾਰ ਰਿਹਾ ਸਾਰਿਆਂ ਨੂੰ ਕਿ ਭੁੱਲਿਓ ਭਟਕਿਓ ਆ ਜਾਓ, ਮੈਂ ਤੁਹਾਨੂੰ ਉਡੀਕਦਾ ਪਿਆ। ਲੇਕਿਨ ਜਿਹੜੇ ਸੁਣ ਲੈਂਦੇ ਨੇ ਉਹ ਆ ਜਾਂਦੇ ਨੇ। ਜੀ ਜੰਤ ਸਭ ਤੁਧ ਉਪਾਏ, ਇੱਕ ਵੇਖ ਪਰਸਨ ਆਇਆ। ਜੀ ਜੰਤ ਤੇਰੇ ਪੈਦਾ ਕੀਤੇ ਨੇ, ਪਰ ਕਈ ਨੇ ਐਸੇ ਵੇਖ ਕੇ ਦਰਸ਼ਨ ਕਰਕੇ ਸ਼ੋਅ ਲੈਣ ਵਾਸਤੇ ਸੰਗਤ ਵਿੱਚ ਆ ਕੇ ਬੈਠ ਜਾਂਦੇ। ਸਾਰੇ ਨੇ ਦਰਬਾਰ ਸਾਹਿਬ ਕੋਲ ਕਿੰਨੇ ਲੋਕੀ ਬਾਹਰੋਂ ਲੰਘਦੇ ਹੋਣਗੇ, ਇੱਧਰੋਂ ਉੱਧਰੋਂ, ਤੇ ਕਿੰਨੇ ਕਿੰਨੇ ਜਿਹੜੇ ਅੰਦਰ ਆ ਜਾਂਦੇ ਨੇ, ਬਾਕੀ ਬਾਹਰੋਂ ਨਿਕਲ ਜਾਂਦੇ ਨੇ, ਕੰਮ ਤੇ ਚਲੇ ਜਾਂਦੇ ਨੇ। ਧੰਨ ਨੇ ਉਹ ਜਿਹੜੇ ਗੁਰੂ ਦੀ ਆਵਾਜ਼ ਸੁਣ ਲੈਂਦੇ ਨੇ। ਗੁਰੂ ਦੀ ਆਵਾਜ਼ ਹੈ, ਆਵੋ ਸੰਤ ਪਿਆਰੇ ਹੋ, ਕਥ ਕੀ ਕਰਹ ਕਹਾਣੀ, ਕਰਹ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਐ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਭਾਈ ਤੁਹਾਡਾ ਅਸਲ ਘਰ, ਜਿਸੇ ਗੁਰੂ ਆਵਾਜ਼ ਮਾਰਨ ਕਿੱਧਰ ਚੱਲੇ ਆ? ਮਹਾਰਾਜ ਘਰ ਚੱਲੇ ਆ। ਵੈਸੇ ਘਰ ਨਾਲ ਇੰਨਾ ਪਿਆਰ ਹੈ ਕਿ ਗੁਰੂ ਘਰ ਵੀ ਬਹਿਣਾ ਬੜਾ ਮੁਸ਼ਕਲ ਹੈ। ਇੱਕ ਸਾਖੀ ਇਹ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਆਉਂਦੀ, ਮੈਂ ਪੜ੍ਹੀ। ਆਇਆ ਸਿੱਖ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਬੈਠਾ, ਮੱਥਾ ਟੇਕਿਆ। ਚੰਗਾ ਮਹਾਰਾਜ ਆ ਗਿਆ। ਕਹਿਣ ਲੱਗੇ ਆਇਆ ਹੈ ਗੁਰੂ ਨਾਲ ਗੱਲ ਕਰ। ਕੋਈ ਸੁਣ ਕਹਿਣ ਲੱਗਾ ਮਹਾਰਾਜ ਇੱਥੇ ਬੈਠੇ ਰਹੀਏ ਤੇ ਪਰਿਵਾਰ ਭੁੱਖਾ ਮਰ ਜਾਏਗਾ। ਕਹਿਣ ਲੱਗੇ ਪਰਿਵਾਰ ਦਾ ਰਿਜ਼ਕ ਦਾਤਾ ਤੂੰ ਹੈ, ਅਸੀਂ ਤੇ ਬਾਣੀ ਇਹੀ ਪੜ੍ਹਨੇ ਆ, ਸੇਵਕ ਹੈ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦ। ਇਹ ਮਹਾਰਾਜ ਗਿਆਨ ਧਿਆਨ ਦੀ ਗੱਲ ਵੱਖਰੀ ਹੈ। ਵੈਸੇ ਕਰੀਏ ਕੁਛ ਨਾ ਤੇ ਬਣਦਾ ਕੀ ਹੈ? ਬੜੀਆਂ ਦਲੀਲਾਂ ਦਿੱਤੀਆਂ। ਸਤਿਗੁਰੂ ਕਹਿਣ ਲੱਗੇ ਪੜ੍ਹਨਾ ਆਉਂਦਾ ਹੀ? ਕਹਿਣ ਲੱਗਾ ਨਹੀਂ, ਖਾਨਦਾਨੀ ਅਨਪੜ੍ਹ। ਕਹਿਣ ਲੱਗੇ ਫਿਰ ਕੰਮ ਬਣ ਗਿਆ। ਐਸਾ ਕਰ ਚਿੱਠੀ ਜਾਂਦਾ ਸੰਢੌਰੇ, ਤੂੰ ਉੱਧਰੋਂ ਲੰਘਣਾ ਤੇ ਪੀਰ ਬੁੱਧੂ ਸ਼ਾਹ ਨੂੰ ਦੇ ਜਾਈਂ। ਚਿੱਠੀ 'ਚ ਲਿਖਿਆ ਸੀ 6 ਮਹੀਨੇ ਨਹੀਂ ਇਹਨੂੰ ਜਾਣ ਦੇਣਾ। ਹੁਣ ਇਹ ਸੀ ਅਨਪੜ੍ਹ, ਚਿੱਠੀ ਪੜ੍ਹ ਨਾ ਸਕਿਆ, ਦੇ ਬੈਠਾ। ਸੇਵਾ ਤੇ ਉਹਨਾਂ ਬੜੀ ਕੀਤੀ, ਇਹ ਤੁਰੇ ਤੇ ਉਹ ਕਹਿਣ ਜਾ ਨਹੀਂ ਸਕਦਾ। ਕਹਿਣ ਲੱਗਾ ਮਰ ਜਾਏਗਾ ਪਰਿਵਾਰ। ਕਹਿਣ ਲੱਗੇ ਗੁਰੂ ਦੇ ਹੱਥ ਹੈ, ਅਸੀਂ ਤੇ ਹੁਕਮ ਮੰਨਣਾ। ਜਦੋਂ ਛੱਡਿਆ ਸੋਚਿਆ ਕਿ ਸਾਰੇ ਮਰ ਗਏ ਹੋਣਗੇ। ਜਦੋਂ ਘਰ ਜਾ ਕੇ ਪਹੁੰਚਿਆ ਬੱਚਿਆਂ ਦੇ ਕੱਪੜੇ ਵਧੀਆ ਅੱਗੋਂ ਮਿਲੇ। ਕਹਿਣ ਲੱਗਾ ਤੁਸੀਂ ਜਿਉਂਦੇ ਹੋ? ਉਹ ਹੱਸ ਪਏ ਤੇ ਪਤਨੀ ਵੀ ਆ ਗਈ। ਕਹਿਣ ਲੱਗੀ ਪਤੀ ਦੇਵ ਜਦੋਂ ਦੇ ਤੁਸੀਂ ਗਏ ਹੋ ਰੌਣਕਾਂ ਹੀ ਲੱਗੀਆਂ ਨੇ, ਤੁਹਾਡੇ ਜਾਣ ਦੀ ਦੇਰੀ ਸੀ, ਕੰਗਾਲੀ ਉਹਨਾਂ ਚਿਰ ਹੀ ਸੀ, ਉਸ ਤੋਂ ਬਾਅਦ ਤੇ ਸਭ ਕੁਝ ਹੀ ਆ ਗਿਆ। ਗੁਰੂ ਨੇ ਦੱਸ ਦਿੱਤਾ ਤੇਰੇ ਸਦਕਾ ਕੁਛ ਨਹੀਂ, ਸੇਵਕ ਕਹਿ ਭਰਪੂਰ ਜੁਗ ਜੁਗ ਵਾਹਿਗੁਰੂ ਤੇਰਾ ਸਭ ਸਦਕਾ। ਗੁਰੂ ਆਵਾਜ਼ਾਂ ਮਾਰਦਾ। ਉਹ ਕਹਿੰਦੇ ਨੇ ਆ ਜਿਸ ਨੇ ਭੇਜਿਆ ਉਹ ਹੀ ਆਵਾਜ਼ ਮਾਰ ਰਿਹਾ, ਤੇਰਾ ਘਰ ਉਹ ਨਹੀਂ, ਤੇਰਾ ਘਰ ਇਹ ਹੈ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਜਿਸ ਘਰ ਮੈਂ ਤੁਮ ਰਹਿਣਾ ਬਸਣਾ, ਸੋ ਘਰ ਚੀਤ ਨਾ ਆਇਓ। ਤੈਨੂੰ ਉਹ ਘਰ ਦਾ ਬੜਾ ਧਿਆਨ ਹੈ ਜਿਹਨੂੰ ਛੱਡ ਕੇ ਚਲੇ ਜਾਣਾ। ਜੋ ਘਰ ਛੱਡ ਗਵਾਵਣਾ, ਸੋ ਲੱਗਾ ਮਨ ਮਾਹੇ। ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾ। ਤੇਰਾ ਘਰ ਤੇ ਉਹ ਬੰਨਿਆ, ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ, ਉਹ ਹਿਰਦਾ ਘਰ। ਜਿੱਥੇ ਪ੍ਰਮਾਤਮਾ ਵਸਦਾ,
ਨਿਰੰਕਾਰ ਵਸਦਾ, ਉਸ ਦਾ ਵਾਸਾ ਤੇਰੇ ਹਿਰਦੇ ਵਿੱਚ ਹੈ। ਉਹ ਹੀ ਤੇਰਾ ਅਟਲ ਘਰ ਹੈ, ਉਹ ਹੀ ਤੇਰਾ ਸੱਚਖੰਡ ਹੈ। ਉਸ ਪਾਸੇ ਨੂੰ ਆ। ਆਵਾਜ਼ਾਂ ਮਾਰਦੇ ਨੇ ਪਏ, ਆਪਣੇ ਨਿਜ ਘਰ ਵੱਲ ਆਓ, ਗੁਰਸਿੱਖੋ ਆਓ। ਸਤ ਸੰਗ ਤੁਹਾਡਾ ਘਰ ਹੈ। ਇੱਥੇ ਆ ਕੇ ਪਤਾ ਲੱਗਦਾ ਕਿ ਰੱਬ ਦਾ ਘਰ ਮੇਰਾ ਘਰ ਹੈ, ਤੇ ਰੱਬ ਦਾ ਘਰ ਕਿਤੇ ਦੂਰ ਨਹੀਂ, ਉਹ ਹਿਰਦਾ, ਇਹ ਰੱਬ ਦਾ ਘਰ ਹੈ। ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ। ਪਰ ਨਾਲ ਕਹਿ ਦਿੱਤਾ ਮਨਮੁਖ ਹਰ ਮੰਦਰ ਕੀ ਸਾਰ ਨਾ ਜਾਣਨੀ, ਤਿੰਨੇ ਜਨਮ ਗਵਾਤਾ। ਮਨਮੁਖ ਬੰਦਾ ਹਰੀ ਮੰਦਰ ਦੀ ਸਾਰ ਹੀ ਨਹੀਂ ਜਾਣਦਾ। ਇਸ ਨੇ ਤੇ ਸਮਝਿਆ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਅੱਡਾ ਇਹ ਮੇਰਾ ਅਸਲ ਘਰ ਹੈ। ਨਹੀਂ, ਤੇਰਾ ਘਰ ਉਹ ਹੈ ਵਿਸਰੈ ਨਾਹੀ ਜਿਤ ਤੂੰ ਕਬਹੋਂ ਸੋ ਥਾਨ ਤੇਰਾ ਕਿਹਾ। ਆਠ ਪੈਰ ਜਿਤ ਤੁਤੇ ਆਈ ਸੋ ਨਿਰਮਲ ਹੋਵੈ ਦੇਹਾ। ਮੇਰੇ ਰਾਮ ਹਉ ਸੋ ਥਾਨ ਭਾਲਣ ਆਇਆ। ਖੋਜਤ ਖੋਜਤ ਭਇਆ ਸਾਤ ਸੰਗ ਤਿੰਨ ਸ਼ਰਨਾਈ ਪਾਇਆ। ਆਓ ਇਸ ਘਰ ਵੱਲ ਆ ਜਾਓ। ਗੁਰੂ ਆਵਾਜ਼ਾਂ ਮਾਰਦੇ ਨੇ, ਬਾਹਰ ਭਟਕ ਰਿਹਾ, ਬਾਹਰ ਢੂੰਡਣ ਤੇ ਛੂਟ ਭਰੇ, ਗੁਰ ਘਰ ਹੀ ਮਾਹੇ ਦਿਖਾਇਆ ਥਾ। ਇੱਥੇ ਹੀ ਸਭ ਕੁਛ ਹੈ, ਸਭ ਕੁਛ ਘਰ ਮੈਂ, ਬਾਹਰ ਨਹੀਂ। ਬਾਹਰ ਟੋਲਾ ਸੋ ਪਰਮ ਬੁਲਾਈ। ਆਓ ਸਰਵਣ ਕਰੋ। ਇੱਕ ਵਾਰ ਸਾਰੇ ਚਿੱਤ ਵਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਜਿਨ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਜਿਸ ਪ੍ਰਮਾਤਮਾ ਨੇ ਤੁਹਾਨੂੰ ਸੰਸਾਰ ਵਿੱਚ ਭੇਜਿਆ ਹੈ, ਸੰਗਤ ਵੱਲ ਵੀ ਉਸੇ ਨੇ ਬੁਲਾਇਆ, ਗੁਰੂ ਵੱਲ ਵੀ ਉਸੇ ਨੇ ਬੁਲਾਇਆ, ਇਹ ਅੰਮ੍ਰਿਤਸਰ ਵੱਲ ਵੀ ਉਸੇ ਨੇ ਬੁਲਾਇਆ। ਭਈ ਸੁਖ ਨਾਲ ਸਹਿਜ ਨਾਲ ਇਸ ਘਰ ਵਿੱਚ ਆਓ। ਇੱਥੇ ਤੁਰਦਿਆਂ ਹੀ, ਇਸ ਪਾਸੇ ਧਿਆਨ ਕਰਦਿਆਂ ਹੀ ਸੁੱਖ ਮਿਲਦਾ। ਸੰਗਤ ਵਿੱਚ ਜਾਵਾਂ ਮਨ ਨੂੰ ਸ਼ਾਂਤੀ ਆਉਂਦੀ ਹੈ, ਸਹਿਜ ਆ ਜਾਂਦਾ। ਵਾਕਈ ਬੁਰਿਆਈ ਉਤੇਜਣਾ। ਸਿਆਣੇ ਵਿਦਵਾਨਾਂ ਦਾ ਕਥਨ ਹੈ, ਜਿੰਨੇ ਅਵਗੁਣ ਨੇ ਸਾਰੇ ਹੀ ਗਰਮ ਨੇ, ਤੇ ਜਿੰਨੇ ਗੁਣ ਨੇ ਸਾਰੇ ਸ਼ਾਂਤ ਨੇ। ਮਾਇਆ ਇੱਕ ਅੱਗ ਹੈ, ਪਰ ਨਾਮ ਇੱਕ ਸ਼ਾਂਤ ਹੀ ਹੈ। ਕਿ ਹੈ ਆਤਿਸ਼ ਦੁਨੀਆ। ਇਹ ਦੁਨੀਆ ਅੱਗ ਹੈ, ਤੇ ਇੱਥੇ ਠੰਡ ਕੀ ਹੈ? ਆਤਿਸ਼ ਦੁਨੀਆ ਖੁਣਕ ਨਾਮ ਖੁਦਾਇਆ। ਸੰਗਤ ਵਿੱਚ ਆ ਕੇ ਜਲਨ ਬੁਝਦੀ ਹੈ, ਤਪਤ ਬੁਝਦੀ ਹੈ। ਕਿ ਹੈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ। ਸੰਗਤ ਵਿੱਚ ਜਾਵਾਂ, ਧਿਆਨ ਆਉਂਦਿਆਂ ਹੀ ਸ਼ਾਂਤੀ ਆਉਂਦੀ ਹੈ। ਤੁਮ ਘਰ ਆਵੋ ਮੇਰੇ ਮੀਤ, ਜਿਨ ਤੁਮ ਭੇਜੇ ਤਿਨਹਿ ਬੁਲਾਏ। ਜੇ ਕਦੀ ਧਿਆਨ ਅੰਦਰੋਂ ਪੈ ਜਾਏ ਨਾ, ਸੰਗਤ ਵਿੱਚ ਜਾਵਾਂ, ਸਮਝਣਾ ਰੱਬ ਦੀ ਆਵਾਜ਼ ਆ। ਇਹ ਮੈਨੂੰ ਗੁਰੂ ਨੇ ਬੁਲਾਇਆ, ਮੈਨੂੰ ਰੱਬ ਨੇ ਬੁਲਾਇਆ, ਪਰਮਾਤਮਾ ਨੇ ਬੁਲਾਇਆ। ਤੇ ਜੇ ਬੁਲਾਵਾ ਆ ਗਿਆ ਤੇ ਫਿਰ ਮੈਂ ਹੁਣ ਇਸ ਨੂੰ ਐਵੇਂ ਵਿਅਰਥ ਨਾ ਗਵਾਵਾਂ, ਮੈਂ ਤੁਰ ਪਵਾਂ। ਸਤਿਗੁਰੂ ਜੇ ਤੁਸੀਂ ਆਵਾਜ਼ ਮਾਰੀ ਹੈ, ਗੁਰੂ ਦੀ ਆਵਾਜ਼। ਮੈਨੂੰ ਪਾਤਸ਼ਾਹ ਦਾ ਇੱਕ ਬਚਨ ਯਾਦ ਆਇਆ, ਜਦੋਂ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਮਾਲਵੇ ਵਿੱਚ ਲੱਖੀ ਜੰਗਲ ਵਿੱਚ ਸਨ। ਕਹਿੰਦੇ ਨੇ ਸਿੱਖਾਂ ਨੂੰ ਆਵਾਜ਼ ਮਾਰੀਏ, ਆਓ। ਸੱਦ ਦਿੱਤੇ। ਕਹਿੰਦੇ ਨੇ ਕੋਈ ਪ੍ਰਸ਼ਾਦਾ ਛਕ ਰਿਹਾ ਸੀ ਤੇ ਉੱਥੇ ਹੀ ਛੱਡ ਦਿੱਤਾ, ਜਲ ਛਕਦਾ ਸੀ ਉੱਥੇ ਹੀ ਛੱਡ ਦਿੱਤਾ, ਕੋਈ ਵੀ ਕੰਮ ਕਰਦਾ ਸੀ ਉੱਥੇ ਛੱਡ ਦਿੱਤਾ। ਤੇ ਇੰਜ ਦੌੜ ਪਿਆ। ਇੱਕ ਪ੍ਰਮਾਣ ਦਿੱਤਾ ਕਿ ਰਾਂਝਾ ਜਦੋਂ ਮੱਝੀਆਂ ਚਰਾਂਦਾ ਸੀ ਨਾ, ਤੇ ਉਹ ਕੋਈ ਸੋਟੀ ਡੰਡਾ ਫੜ ਕੇ ਇਕੱਠੇ ਨਹੀਂ ਸੀ ਕਰਦਾ। ਉਹਨੇ ਕੀ ਕਰਨਾ, ਇਕੱਠੀਆਂ ਕਰਨੀਆਂ ਤੇ ਬੰਸਰੀ 'ਚ ਫੂਕ ਮਾਰਨੀ। ਉਹਦੀ ਸੱਧ ਸੀ, ਮੱਝੀਆਂ ਕਮਲੀਆਂ ਹੋਈਆਂ, ਘਾਹ ਛੱਡ ਕੇ, ਪਾਣੀ ਛੱਡ ਕੇ ਦੌੜ ਪੈਂਦੀਆਂ ਸਨ। ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ।
ਸੁਣ ਕੇ ਸਦ ਮਾਹੀ ਦਾ ਮੇਹੀ ਪਾਣੀ ਕਾ ਮੁਤੋਂ ਨੇ, ਕਿਸੇ ਨਾਲ ਨਾ ਰਲੀਆ ਕਾਈ, ਐਸੋ ਸ਼ੌਕ ਪਇਓ ਨੇ, ਇੱਕ ਦੂਸਰੀ ਨੂੰ ਨਾਲ ਨਹੀਂ ਸਨ ਰਲਣ ਦਿੰਦੀਆਂ। ਇੰਜ ਦੌੜਦੀਆਂ ਸਿੱਖ ਮੇਰੇ ਇੰਜ ਦੌੜੇ, ਕਿਸੀ ਨਾਲ ਨਾ ਰਲੀਆ ਕਾਈ, ਐਸੋ ਸ਼ੌਕ ਪਇਓ ਨੇ, ਗਿਆ ਫਿਰਾਕ, ਫਿਰਾਕ ਹੁੰਦਾ ਵਿਛੋੜਾ, ਗਿਆ ਫਿਰਾਕ ਮਿਲਿਆ ਮਿਤ ਮਾਹੀ, ਤਾਂ ਹੀ ਸ਼ੁਕਰ ਕਿਤੋਂ ਨੇ। ਗੁਰੂ ਦੀ ਆਵਾਜ਼ ਪਵੇ ਤੇ ਸਿੱਖ, ਫਿਰ ਤੇ ਸਿੱਖ ਦੌੜ ਪੈਂਦਾ, ਛੱਡ ਕੇ ਦੌੜ ਪੈਂਦਾ ਹੁਣ ਗੁਰੂ ਦੀ ਆਵਾਜ਼, ਕਿ ਜਿਨ ਤੁਮ ਭੇਜੇ ਤਿਨੇ ਬੁਲਾਏ, ਸੁਖ ਸਹਿਜ ਸੇਤੀ ਘਰ ਆਓ। ਇਸ ਘਰ ਵਿੱਚ ਸੁੱਖ ਹੈ ਤੇ ਸੁੱਖ ਨਾਲ ਹੀ ਆਓ। ਇਸ ਘਰ ਵਿੱਚ ਸਹਿਜ ਮਿਲਦਾ, ਤੁਹਾਡੇ ਹਿਰਦੇ ਵਿੱਚ ਵੀ ਸਹਿਜ ਹੈ। ਆਓ ਭਾਈ, ਆਵਾਜ਼ ਮਾਰੀ, ਜਿਸ ਨੇ ਭੇਜਿਆ ਉਸੇ ਨੇ ਬੁਲਾਇਆ, ਸੁੱਖ ਨਾਲ ਸਹਿਜ ਨਾਲ ਇਸ ਹਿਰਦੇ ਘਰ ਵੱਲ ਅੰਤਰਮੁਖੀ ਹੋ ਜਾਓ। ਰੱਬ ਜਿੱਥੇ ਬੈਠਾ ਉਸ ਨਾਲ ਜੁੜ ਜਾਓ। ਹਾਂਜੀ, ਆਨੰਦ ਮੰਗਲ ਗੁਣ ਗਾਓ, ਸਹਿਜ ਧੁਨ। ਆਨੰਦ ਦੇ ਮੰਗਲ ਗਾਓ, ਆਨੰਦ ਦੇ ਗੁਣ ਗਾਓ। ਉਹ ਗੁਣ ਗਾਓ ਜਿਹੜੇ ਗੁਣ ਗਾਏ ਆਨੰਦ ਦੀ ਖੁਸ਼ੀ ਖੁਸ਼ੀ ਹੋ ਜਾਏ। ਸਹਿਜ ਧੁਨ ਨਾਲ, ਮਿੱਠੀ ਮਿੱਠੀ ਧੁਨ ਨਾਲ ਕੀਰਤਨ ਕਰੋ। ਕੀਰਤਨ ਮਿੱਠੀਆਂ ਧੁਨੀਆਂ ਨਾਲ ਕਰਨ ਵਾਸਤੇ ਕਿਹਾ ਸੀ। ਇੱਕ ਗੱਲ ਇਸ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ। ਸਿੱਖ ਪੰਥ ਵਿੱਚ ਰਾਗ ਦਾ ਬੜਾ ਸਤਿਕਾਰ ਹੈ। ਇੱਥੇ ਤੱਕ ਬਾਣੀ 'ਚ ਕਿਹਾ, ਧਨ ਸੋ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਏ। ਤੇ ਨਾਲ ਇਹ ਕਿਹਾ ਨਿਰੇ ਆਲਾਪ ਹੀ ਨਹੀਂ, ਧਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਤੇ ਨਾ। ਉਹਨਾਂ ਨੇ ਕਿਹਾ, ਨਾਲ ਹੀ ਵੀ ਕਿਹਾ ਨਿਰੇ ਰਾਗ ਨਹੀਂ ਭਾਈ, ਰਾਗ ਨਾਦ ਸਭ ਸੱਚ ਹੈ। ਮੰਨਦੇ ਹਾਂ, ਠੀਕ ਹੈ, ਕੀਮਤ ਕਹੀ ਨਾ ਜਾਏ ਅਮੁੱਲ ਨੇ, ਪਰ ਰਾਗੈ ਨਾਦੇ ਬਾਹਰਾ ਇਨੀ ਹੁਕਮ ਨਾ ਬੂਝਿਆ ਜਾਏ। ਪ੍ਰਧਾਨ ਹੈ ਸ਼ਬਦ, ਮਿੱਠੀ ਧੁਨ ਹੋਵੇ, ਬੜੀ ਚੰਗੀ ਬੰਦਸ਼ ਹੋਵੇ, ਚੰਗੀ ਤਰਜ਼ ਹੋਵੇ, ਲੇਕਿਨ ਐਸੀ ਹੋਵੇ ਕਿ ਸ਼ਬਦ ਨਾ ਵਿੱਚ ਗਵਾਚ ਜਾਏ। ਸ਼ਬਦ ਜਿਹੜਾ ਉਸ ਦੀ ਸਮਝ ਆਏ। ਪ੍ਰਧਾਨ ਹੈ ਸ਼ਬਦ, ਐਸਾ ਆਲਾਪ ਨਾ ਹੋਵੇ ਕਿ ਸ਼ਬਦ ਦੀ ਸਮਝ ਹੀ ਨਾ ਆਏ। ਐਸੀਆਂ ਤਾਨਾਂ ਨਾ ਹੋਣ ਕਿ ਸ਼ਬਦ ਹੀ ਗਵਾਚ ਜਾਏ। ਨਹੀਂ, ਉਹ ਸ਼ਬਦ ਨੂੰ ਹੋਰ ਸੁੰਦਰ ਬਣਾ ਕੇ ਸੰਗਤ ਤੱਕ ਪਹੁੰਚਾਇਆ ਜਾਏ ਤਾਂ ਕਿ ਸਮਝ ਵਿੱਚ ਆ ਜਾਏ। ਰਾਗ ਤੇ ਸੁਹਾਇਆ, ਐਸਾ ਕਿਹਾ ਰਾਗ ਇੱਕ ਬਰਤਨ, ਬਾਣੀ ਵਸਤੂ ਹੈ। ਇਹ ਹੁਣ ਵਸਤੂ ਪਾਣੀ ਹੈ ਬਰਤਨ ਵਿੱਚ। ਬਰਤਨ ਸੁੰਦਰ ਚਾਹੀਦਾ, ਲੇਕਿਨ ਨਾਲ ਵਸਤੂ ਜਿਹੜੀ ਹੈ, ਅਸਲ ਗੱਲ ਤੇ ਹੈ ਵਸਤੂ। ਇੱਥੇ ਕਿਹਾ ਭਾਈ ਸੋਹਣੀ ਧੁਨ ਨਾਲ ਮੰਗਲ ਗਾਓ, ਪਰਮਾਤਮਾ ਦਾ ਕੀਰਤਨ ਕਰੋ, ਉਸ ਦੇ ਗੁਣਾਂ ਨੂੰ ਗਾਇਨ ਕਰੋ ਤਾਂ ਕਿ ਆਨੰਦ ਹੀ ਆਨੰਦ ਹੋ ਜਾਏ। ਹਾਂਜੀ, ਨਿਹਚਲ ਰਾਜ ਕਮਾਓ, ਨਿਹਚਲ ਰਾਜ ਕਮਾਓ। ਇਹ ਸਦਾ ਵਾਸਤੇ ਅਟਲ ਰਾਜ ਜਿਹੜਾ ਹੈ ਇਹ ਤੁਸੀਂ ਕਮਾਓ। ਹਾਂਜੀ, ਤੁਮ ਘਰ ਆਵੋ ਮੇਰੇ ਮੀਤ। ਧਰੂਪ ਭਗਤ ਨੇ ਜਿਹੜੀ ਗੱਲ ਕਹੀ ਸੀ ਨਾ ਇਸ ਪੰਕਤੀ ਦੀ, ਉਹ ਬੜੀ ਸੁੰਦਰ ਵਿਆਖਿਆ ਕਰਦੀ। ਬਾਪ ਆ ਗਿਆ, ਕਿਸੇ ਵੇਲੇ ਤੇ ਬਚਾ ਨਹੀਂ ਸਕਿਆ। ਮਾਂ ਨੇ, ਮਤਰੇਈ ਨੇ ਥੱਪੜ ਮਾਰਿਆ ਤੇ ਗੋਦ ਚੋਂ ਬਾਹਰ ਕੱਢ ਦਿੱਤਾ। ਪਰ ਜਦੋਂ ਪਹੁੰਚ ਗਿਆ, ਅਟਲ ਸਮਾਧੀ ਲੱਗੀ, ਬਾਪ ਗਿਆ, ਕਹਿਣ ਲੱਗਾ ਬੇਟਾ ਆ ਤਖਤ ਤੇ ਬੈਠ। ਕਹਿਣ ਲੱਗਾ ਨਾ, ਮੈਨੂੰ ਹੁਣ ਰਾਜ ਉਹ ਮਿਲਿਆ ਜਿਸ ਥਾਂ ਤੋਂ ਕੋਈ ਉਠਾਉਂਦਾ ਨਹੀਂ। ਤੁਹਾਡੇ ਤਖਤ ਤੇ ਦੋਹਾਂ ਦਾ ਬਹਿਣਾ ਬੜਾ ਮੁਸ਼ਕਲ ਹੈ। ਮੈਂ ਗਿਆ ਸਾਂ ਤੇ ਥੱਪੜ ਪਿਆ, ਪਰ ਇਸ ਤਖਤ ਤੇ ਅਨੇਕਾਂ ਬੈਠੇ ਨੇ, ਸਾਰਿਆਂ ਨੂੰ ਜੀ ਆਇਆਂ ਆਖਿਆ ਜਾਂਦਾ। ਇਸੇ ਤਖਤ ਦਾ ਜ਼ਿਕਰ ਕੀਤਾ ਕਬੀਰ ਸਾਹਿਬ ਨੇ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਗੁਰੂ ਸਾਹਿਬ ਬਾਣੀ 'ਚ ਕਹਿੰਦੇ ਨੇ ਤਖਤ ਤੇ ਉਹ ਬੈਠਦਾ ਜਿਹੜਾ ਤਖਤ ਦੀ ਲਾਇਕ ਹੈ, ਤੇ ਤੁਹਾਨੂੰ ਲਾਇਕ ਹੀ ਤੇ ਬਣਾਉਂਦੇ ਪਏ ਨੇ। ਗੁਰੂ ਸਿੱਖ ਨੂੰ ਇਸ ਲਾਇਕ ਬਣਾਉਂਦੇ ਨੇ ਕਿ ਰੱਬ ਦੇ ਤਖਤ ਤੇ ਬੈਠ ਜਾਓ। ਕਹਿੰਦੇ ਨੇ ਪੰਜ ਜੇ ਤੇਰੇ ਸਮਾ ਗਏ, ਮਰ ਗਏ, ਤੇ ਤਖਤ ਦੇ ਯੋਗ ਬਣ ਜਾਏਗਾ। ਤਖਤ ਬਹਿ ਤਖਤੇ ਕੇ ਲਾਇਕ ਪੰਜ ਸਮਾਏ। ਕਹਿੰਦੇ ਆ ਜਿਵੇਂ ਇਹ ਸਮਾ ਗਏ ਜੀ, ਚੜ੍ਹਾਈ ਕਰ ਗਏ, ਪੰਜ ਸਮਾਏ,
ਇਹ ਪੰਜ ਜਿਹੜੇ ਸਨ ਮਰ ਗਏ, ਗੁਰਮਤਿ ਪਾਏ, ਗੁਰੂ ਦੀ ਮੱਤ ਨਾਲ ਉਹ ਸੇਵਕ ਬਣ ਗਿਆ। ਹੁਣ ਕਾਮ ਮਰ ਗਿਆ, ਹੁਣ ਸੇਵਕ ਜਨਮਿਆ। ਕ੍ਰੋਧ ਮਰ ਗਿਆ, ਸੇਵਕ ਜਨਮਿਆ। ਉਸ ਤਖਤ ਤੇ ਬਿਠਾਉਣ ਵਾਸਤੇ ਗੁਰੂ ਨੇ ਇਸ ਯੋਗ ਬਣਾਇਆ। ਇਹ ਨਿਹਚਲ ਰਾਜ ਕਮਾਓ, ਅਟਲ ਰਾਜ ਹੈ, ਇਹ ਯੋਗੋ ਯੋਗ ਅਟਲ ਹੈ। ਹਾਂਜੀ, ਤੁਮ ਘਰ ਆਵੋ ਮੇਰੇ ਮੀਤ, ਮੇਰੇ ਮਿੱਤਰੋ ਆਪਣੇ ਨਿਜ ਘਰ ਵਿੱਚ ਆ ਜਾਓ, ਜਿਹੜਾ ਤੁਹਾਡਾ ਅਟਲ ਟਿਕਾਣਾ ਹੈ। ਹਾਂਜੀ, ਤੁਮਾਰੇ ਦੋਖੀ ਹਰ ਆਪ ਨਿਵਾਰੇ। ਰਾਜ ਐਸਾ ਹੈ, ਬਗਾਵਤਾਂ ਦਾ ਡਰ ਰਹਿੰਦਾ ਹੈ, ਕੋਈ ਚੜ੍ਹਾਈ ਨਾ ਕਰਕੇ ਆ ਜਾਏ। ਦੋਖੀ ਹਮੇਸ਼ਾ ਇਸ ਡਰ ਤੋਂ ਤੇ ਇੰਦਰ ਵੀ ਨਹੀਂ ਬਚਿਆ। ਬਾਣੀ 'ਚ ਹੁਣ ਐਸਾ ਲਿਖਿਆ ਹੈ, ਡਰ ਪੈ ਧਰਤ, ਧਰਤੀ ਡਰ ਰਹੀ ਹੈ, ਆਕਾਸ਼ ਡਰਦਾ ਪਿਆ। ਡਰ ਪੈ ਧਰਤੇ ਆਕਾਸ਼ ਨਖਤਰਾ, ਤਾਰੇ ਡਰਦੇ, ਨਖਤਰ ਹੁੰਦੇ ਤਾਰੇ। ਸਿਰ ਉੱਪਰ ਅਮਰ ਕਰਾਰਾ, ਸਿਰ ਤੇ ਬੜਾ ਕਰਾਰਾ ਡਾਢਾ ਹੁਕਮ ਹੈ। ਪਵਨ ਪਾਣੀ ਬਸੰਤਰ ਡਰ ਪੈ ਇੰਦਰ ਵਿਚਾਰਾ, ਇੰਦਰ ਵੀ ਡਰਦਾ। ਬਹੁਤ ਵਾਰੀ ਰਾਖਸ਼ਾਂ ਰਾਜ ਖੋਹ ਲਿਆ। ਕੋਈ ਤਪ ਕਰਦਾ ਤੇ ਇਹਨੂੰ ਡਰ, ਇਹਦਾ ਆਸਨ ਹਿੱਲਦਾ ਇੰਦਰ ਕਿ ਮੇਰਾ ਰਾਜ ਨਾ ਲੈ ਲਵੇ। ਪਰ ਇਹ ਰਾਜ ਜਿਹੜਾ ਹੈ ਨਾ, ਗੁਰਸਿੱਖ ਨੂੰ ਗੁਰੂ ਦੇ ਰਹੇ ਨੇ। ਉਹ ਕਹਿੰਦੇ ਨੇ ਨਿਸ਼ਚਲ ਰਾਜ ਕਮਾਓ, ਇਹ ਹਿੱਲਦਾ ਨਹੀਂ, ਇਹ ਕਿਸੇ ਖਤਰੇ ਵਿੱਚ ਨਹੀਂ। ਹਾਂਜੀ, ਆਪਦਾ ਭਈ ਬਤੀਤ, ਵਿਪਤਾ ਜਿਹੜੀ ਸੀ ਨਾ ਉਹ ਹੁਣ ਗੁਜ਼ਰ ਗਈ। ਮੁਸੀਬਤ ਜਿਹੜੀ ਸੀ ਉਹ ਨਹੀਂ ਰਹੀ। ਵਾਕਈ ਸਤਿਗੁਰੂ ਕਿਰਪਾ ਕਰਦਾ, ਜਦੋਂ ਬਖਸ਼ਿਸ਼ ਕਰਦਾ ਫਿਰ ਤਾਤੀ ਬਾਵਨਾ ਲੱਗ ਗਈ, ਪਾਰ ਬ੍ਰਹਮ ਸ਼ਰਨਾ ਆਈ। ਫਿਰ ਤੇ ਜੈ ਹਰ ਸਿਮਰਨ ਭਇਆ ਤਹਿ ਉਪਾਧਿ ਗਤ ਕੀਨੀ, ਵਡ ਭਾਗੀ ਹਰ ਜਪਣਾ। ਉੱਥੇ ਕੋਈ ਉਪਾਧੀ ਨਹੀਂ, ਉੱਥੇ ਕੋਈ ਵਿਪਤਾ ਨਹੀਂ। ਹਾਂਜੀ, ਰਹਾਓ ਹਾਂਜੀ, ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ। ਸੇਵਕਾਂ ਨੂੰ ਪ੍ਰਗਟ ਕੀਤਾ, ਪ੍ਰਗਟ ਭੈ ਕਿੱਥੇ ਕਿੱਥੇ, ਸਭ ਜਗਤ ਮੈਂ। ਪ੍ਰਗਟ ਭੈ ਸਭ ਜਗਤ ਮੈਂ ਫਿਰਤੇ ਪਹਿਨਾਮ। ਜਿਹੜੇ ਲੁਕੇ ਹੋਏ ਛੁਪੇ ਹੋਏ, ਜਿਨ੍ਹਾਂ ਨੂੰ ਜਾਣਦਾ ਹੀ ਕੋਈ ਨਹੀਂ, ਗੁਮਨਾਮ ਸਨ, ਸਾਰੇ ਜਗਤ ਵਿੱਚ ਪ੍ਰਗਟ ਹੋ ਗਏ। ਸਾਰੇ ਸੰਸਾਰ ਵਿੱਚ ਉਹਨਾਂ ਦੀ ਸ਼ੋਭਾ ਹੋ ਗਈ। ਨਾਸਨ ਭਾਜਨ ਥਾਕੇ, ਦੌੜ ਭੱਜ ਜਿਹੜੀ ਸੀ ਨਾ ਤ੍ਰਿਸ਼ਨਾ ਦੀ, ਇੰਦਰੀਆਂ ਦੀ, ਇਹ ਪਾ ਲਵਾਂ ਉਹ ਕਰ ਲਵਾਂ, ਉਹ ਵੀ ਹੁਣ ਥੱਕ ਗਈ। ਕਿਉਂਕਿ ਜੋ ਪਾਉਣਾ ਸੀ ਉਹ ਪਾ ਲਿਆ, ਜੋ ਚਾਹੀਦਾ ਸੀ ਉਹ ਮਿਲ ਗਿਆ। ਹੁਣ ਅੱਗੇ ਕੋਈ ਮੰਜ਼ਿਲ ਨਹੀਂ, ਟਿਕਾਣਾ ਅਸਲ ਜਿਹੜਾ ਸੀ ਉਹ ਆ ਗਿਆ। ਹਾਂਜੀ, ਘਰ ਮੰਗਲ ਵਾਜੈ ਨਿਤ ਵਾਜੇ। ਹੁਣ ਘਰ ਤੇ ਮੰਦਰ ਰੱਬ ਦਾ ਮੰਦਰ ਬਣਿਆ ਪਿਆ, ਇੱਥੇ ਨਿਤ ਹੀ ਵਾਜੇ ਵੱਜਦੇ ਹਨ। ਆਪਣਾ ਖਸਮ ਨਿਵਾਜੇ, ਆਪਣੇ ਮਾਲਕ ਨੇ ਨਿਵਾਜਿਸ਼ ਕੀਤੀ। ਮਾਲਕ ਜਿਹਨੂੰ ਨਿਵਾਜ ਦੇਵੇ, ਸਨਮਾਨਿਤ ਕਰ ਦੇਵੇ, ਉਹਨੂੰ ਕਿਹੜੀ ਘਾਟ ਰਹਿ ਜਾਂਦੀ। ਜਿਹਨੂੰ ਮਾਲਕ ਕਬੂਲ ਕਰੇ, ਆਖੇ ਮੈਂ ਸਨਮਾਨਿਤ ਕਰਨਾ, ਆਪਣੇ ਮਾਲਕ ਨੇ ਉਹਨਾਂ ਨੂੰ ਨਿਵਾਜੇ। ਅੱਜ ਤੱਕ ਕਿਉਂ ਭਗਤਾਂ ਦੇ ਨਾਂ ਲੈਂਦੇ ਆ? ਮਾਲਕ ਨੇ ਨਿਵਾਜੇ ਹੈ, ਉਹਨਾਂ ਬਖਸ਼ਿਸ਼ ਕੀਤੀ ਹੈ। ਹਾਂਜੀ, ਸਥਿਰ ਰਹੋ ਡੋਲੋ ਮਤ ਕਬੋ। ਭਾਈ ਸਥਿਰ ਹੋ ਕੇ ਹੁਣ ਰਹੋ, ਬਿਲਕੁਲ ਮਤ ਡੋਲੋ, ਕਦੀ ਵੀ ਨਾ ਮਨ ਡੋਲਾਓ। ਕਿਉਂਕਿ ਹੋਰ ਤੇ ਕਿਸੇ ਪਾਸੇ ਆਸ ਨਹੀਂ, ਅਸਲ ਟਿਕਾਣਾ ਮਿਲ ਗਿਆ, ਅਸਲ ਸਹਾਰਾ ਮਿਲ ਗਿਆ। ਇਸ ਦੇ ਸਹਾਰੇ ਹੁਣ ਸਥਿਰ ਹੋ ਜਾਓ, ਅਡੋਲ ਹੋ ਜਾਓ। ਗੁਰ ਕਾ ਬਚਨ ਆਧਾਰ, ਗੁਰੂ ਦੇ ਬਚਨ ਨੂੰ ਆਧਾਰ ਬਣਾ ਕੇ, ਇਸੇ ਆਧਾਰ ਨਾਲ, ਇਸ ਆਸਰੇ ਨਾਲ ਅਸਥਿਰ ਹੋ ਜਾਓ। ਜਿਉਂ ਕਿਉਂਕਿ ਤੁਹਾਡੇ ਕੋਲ ਥੰਮ ਬਹੁਤ ਵੱਡਾ ਬਲਵਾਨ ਹੈ। ਜਿਉਂ ਮੰਦਰ ਕੋ ਥੰਮ ਹੈ ਥੰਮਨ, ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ। ਗੁਰ ਕਾ ਬਚਨ ਆਧਾਰ, ਗੁਰੂ ਦੇ ਬਚਨ ਦੇ ਆਧਾਰ ਨਾਲ ਅਸਥਿਰ ਹੋ ਜਾਓ। ਹਾਂਜੀ, ਜੈ ਜੈਕਾਰ ਸਗਲ ਭੂ ਮੰਡਲ। ਭੂ ਮੰਡਲ ਇਹ ਧਰਤੀ ਤੇ ਸਾਰੇ ਮੰਡਲਾਂ ਵਿੱਚ ਹਰ ਥਾਂ ਤੇ ਜੈ ਜੈਕਾਰ ਹੋ ਰਹੀ ਹੈ। ਮੁਖ ਉਜਲ ਦਰਬਾਰ, ਰੱਬ ਦੀ ਦਰਗਾਹ ਵਿੱਚ ਵੀ ਮੂੰਹ ਉਜਲੇ ਹੋਣਗੇ, ਕਿਉਂਕਿ ਤੁਹਾਡੇ ਅੰਦਰ ਹੁਣ ਰੱਬ ਵਸ ਗਿਆ, ਨਿਜ ਘਰ ਚ ਆ ਗਏ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਹੁਣ ਹਰ ਪਾਸੇ ਜੈ ਜੈਕਾਰ ਕਿਉਂ ਆ? ਇਹ ਜੈ ਜੈਕਾਰ ਉਸ ਦੀ ਹੋ ਜੋ ਤੁਹਾਡੇ ਮਨ ਵਿੱਚ ਵਸਿਆ ਹੋਇਆ ਹੈ। ਹਾਂਜੀ, ਜਨ ਕੇ ਜੀਤ ਨਹੀਂ ਫੇਰੇ। ਇੱਥੇ ਆ ਕੇ ਤੇ ਗੱਲ ਬਿਲਕੁਲ ਸਪਸ਼ਟ ਹੋ ਗਈ ਕਿ ਜਿਸ ਤੇ ਜੀ ਸਨ,
ਪੁੱਠੇ ਪਾਸੇ ਜਾ ਰਹੇ ਸਨ, ਉਸੇ ਨੇ ਫੇਰ ਦਿੱਤਾ, ਉਸੇ ਨੇ ਸਿੱਧੇ ਰਾਹੇ ਪਾ ਦਿੱਤਾ। ਜਿਵੇਂ ਕਿਹਾ ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਉਸ ਮਾਲਕ ਨੇ ਜਿਸ ਦੇ ਜੀਵ ਸਨੇ, ਉਸੇ ਨੇ ਰਸਤਾ ਦੱਸਿਆ, ਉਸੇ ਨੇ ਕਿਰਪਾ ਕੀਤੀ ਹੈ। ਉਹਨੇ ਫੇਰ ਦਿੱਤਾ। ਉਹਨੇ ਨੇ ਕਿਹਾ ਇਹ ਨਹੀਂ, ਜਿਸ ਪਾਸੇ ਤੁਰਿਆ ਜਾ ਰਿਹਾ ਇੱਧਰ ਨਹੀਂ ਹੈ, ਦੂਸਰਾ ਪਾਸਾ ਹੈ। ਤੇਰਾ ਘਰ ਇੱਧਰ ਨਹੀਂ, ਤੇਰਾ ਘਰ ਇੱਧਰ ਹੈ। ਤੇਰਾ ਘਰ ਮਾਇਆ ਵੱਲ ਨਹੀਂ, ਤੇਰਾ ਘਰ ਗੁਰੂ ਵੱਲ ਹੈ, ਤੇਰਾ ਘਰ ਪਰਮਾਤਮਾ ਵੱਲ ਹੈ। ਉਸੇ ਨੇ ਫੇਰੇ ਹਨ। ਹਾਂਜੀ, ਆਪੇ ਭਇਆ ਸਹਾਈ, ਇਸ ਪਾਸੇ ਪਰਤਾਉਣ ਲਈ ਉਹ ਆਪ ਹੀ ਸਹਾਇਕ ਹੋਇਆ ਹੈ। ਹਾਂਜੀ, ਅਚਰਜ ਕੀਆ ਕਰਨਾ ਹਾਰ। ਵੈਸੇ ਭੁੱਲੇ ਹੋਏ ਨੂੰ ਸੱਚ ਜੇ ਭਾਈ ਗੁਰਦਾਸ ਜੀ ਨੇ ਕਵਿਤ ਲਿਖਿਆ, ਕਮਾਲ ਕਰ ਦਿੱਤੀ। ਇਹ ਕਹਿੰਦੇ ਨੇ ਜਿਹੜੇ ਬੰਦੇ ਢੀਠ ਹੋ ਜਾਂਦੇ ਨੇ ਨਾ, ਹਾਂ 'ਚ ਹਾਂ ਮਿਲਾਈ ਜਾਣਗੇ, ਸਿਰ ਹਿਲਾਈ ਜਾਣਗੇ, ਗੱਲ ਮੰਨਦੇ ਕੋਈ ਨਹੀਂ। ਉਹ ਕਹਿੰਦੇ ਨੇ ਪੋਸਤੀ ਨੂੰ ਸਮਝਾ ਕੇ ਦੱਸੋ, ਉਹ ਆਖੀ ਜਾਂਦਾ ਜੀ ਪੋਸਤ ਬਹੁਤ ਬੁਰਾ ਹੈ। ਕੋਈ ਆਖੇ ਬੁਰਾ ਹੈ, ਹਾਂ ਵਾਕਿਆ ਜੀ ਬਹੁਤ ਬੁਰਾ ਹੈ। ਛੱਡ ਦੇਗਾ, ਹਾਂ ਜੀ ਛੱਡ ਹੀ ਦੇਣਾ। ਉਹ ਕਹਿੰਦੇ ਨੇ ਜੈਸੇ ਪੋਸਤੀ ਸੁਣ ਤੋ ਕਹਿਤ ਪੋਸਤ ਬੁਰੋ, ਤਾਂ ਕਿ ਵਸ ਭਇਓ ਛਾੜਿਓ ਚਾਹੇ ਤਾਂ ਨਾ ਛੂਟਾਈ। ਜਿਵੇਂ ਚੋਰ ਕਹਿੰਦਾ ਚੋਰੀ ਬੁਰੀ ਹੈ, ਪਰ ਜਦੋਂ ਤੱਕ ਸਿਰ ਹੀ ਨਾ ਟੁੱਟ ਜਾਏ ਚੋਰੀ ਛੱਡਦਾ ਨਹੀਂ। ਇਹ ਆਖੀ ਜਾਂਦੇ ਨੇ ਕਿ ਇਸੇ ਲਈ ਕਿਹਾ ਬਦਬਖਤ ਹਮ ਚੋ ਬਖੀਲ ਗਾਫਲ ਬੇਨਜ਼ਰ। ਬੇਨਜ਼ਰ ਦਾ ਇੱਥੇ ਅਰਥ ਕੀਤਾ ਵਿਦਵਾਨਾਂ ਢੀਠ। ਇੱਕ ਤੇ ਬੇਨਜ਼ਰ ਨੇਤਰਹੀਨ, ਦੂਸਰਾ ਢੀਠ, ਉਹ ਮੰਨਦਾ ਨਹੀਂ। ਇਹ ਜਿਹੜਾ ਢੀਠ ਹੋ ਜਾਏ ਨਾ, ਉਹਨੂੰ ਮੋੜਨਾ, ਉਹਦਾ ਸੁਭਾਅ ਬਦਲਣਾ ਇਹ ਬੜਾ ਮੁਸ਼ਕਲ ਹੈ। ਪਰ ਆਪ ਸਹਾਈ ਹੋਇਆ, ਅਚਰਜ ਕੀਆ ਕਰਨੇ ਹਾਰੇ, ਅਚਰਜ ਕਰ ਦਿੱਤਾ ਹੈ। ਹਾਂਜੀ, ਨਾਨਕ ਸੱਚ ਵਡਿਆਈ, ਇਹ ਸੱਚੀ ਵਡਿਆਈ ਬਖਸ਼ਿਸ਼ ਕੀਤੀ ਹੈ। ਪਹਿਲੇ ਇਹ ਸੀ ਝੂਠੀਆਂ ਵਡਿਆਈਆਂ ਸਨ। ਮਾਇਆ ਦੇ ਆਸਰੇ ਇਸ ਯੁਗ ਮੈਂ ਸ਼ੋਭਾ ਨਾਮ ਕੀ ਬਿਨ ਨਾਮੇ ਸ਼ੋਭ ਨਾ ਹੋਏ। ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਏ। ਕੁਛ ਮਿੰਟ ਤੁਹਾਡੇ ਅੱਜ ਹੋਰ ਲੈਣੇ ਨੇ। ਉਹ ਇਹ ਅੱਜ ਦੱਸਿਆ ਹੈ ਭਾਈ ਦਿਲਰਾਜ ਸਿੰਘ ਜੀ ਨੇ ਕਿ ਮਹਾਨ ਦਿਨ ਹੈ। ਉਹ ਵੱਡਾ ਘੱਲੂਘਾਰਾ ਉਸ ਨੂੰ ਨਾਂ ਦਿੱਤਾ। ਵੱਡਾ ਤਾਂ ਕਿਹਾ ਕਿ ਛੋਟਾ ਪਹਿਲਾਂ ਹੋ ਚੁੱਕਾ ਸੀ, ਉਹ ਵੀ ਕੋਈ ਛੋਟਾ ਨਹੀਂ ਸੀ। ਸੰਨ 1746 ਦੇ ਵਿੱਚ ਕਾਹਨੂੰਵਾਨ ਵਿੱਚ ਘੱਲੂਘਾਰਾ ਹੋਇਆ ਸੀ। ਕੀਤਾ ਸੀ ਲਖਪਤ ਰਾਏ ਨੇ। ਜੋ ਲਖਪਤ ਰਾਏ ਇੱਥੇ ਲਾਹੌਰ ਨਾਜ਼ਮ ਦਾ ਦੀਵਾਨ ਸੀ, ਇਸ ਨੇ ਇਹਦਾ ਭਰਾ ਮਾਰਿਆ ਗਿਆ ਸੀ ਸਿੱਖਾਂ ਨਾਲ ਜੰਗ 'ਚ। ਜਸਪਤ ਰਾਏ ਏਮਨਾਬਾਦ, ਉਹ ਬਦਲਾ ਲੈਣ ਲਈ ਜੂਨ ਮਹੀਨੇ ਵਿੱਚ 10,000 ਦੇ ਕਰੀਬ ਸਿੱਖ ਸ਼ਹੀਦ ਹੋਏ ਸਨ। ਹੁਣ ਇਹ ਕੋਈ ਛੋਟਾ ਘੱਲੂਘਾਰਾ ਨਹੀਂ। 10,000 ਸਿੱਖ ਸ਼ਹੀਦ ਕੀਤੇ ਸਨ ਜ਼ਕਰੀਆ ਖਾਨ ਨੇ। ਆਖਰੀ ਸ਼ਹੀਦ ਭਾਈ ਤਾਰੂ ਸਿੰਘ ਸੀ, ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੋਂ ਪਹਿਲੇ ਜ਼ਕਰੀਆ ਖਾਨ ਮਰ ਗਿਆ। ਇਹਦਾ ਪਿਸ਼ਾਬ ਬੰਦ ਹੋ ਗਿਆ ਸੀ, ਇਹ ਮਰ ਗਿਆ। ਪਰ ਵੱਡਾ ਘੱਲੂਘਾਰਾ ਜਿਹੜਾ ਸੀ, ਅਹਿਮਦ ਸ਼ਾਹ ਅਬਦਾਲੀ ਆਇਆ ਸੀ ਕਿ ਸਿੱਖ ਕੌਮ ਨੂੰ ਖਤਮ ਕਰਕੇ ਜਾਣਾ, ਇੱਕ ਸਿੱਖ ਜ਼ਿੰਦਾ ਨਹੀਂ ਛੱਡਣਾ। ਇਹਨੂੰ ਪਤਾ ਲੱਗਾ, ਸਿੱਖਾਂ ਨੂੰ ਵੀ ਪਤਾ ਲੱਗ ਗਿਆ ਵੀ ਫੌਜ ਬਹੁਤ ਵੱਡੀ, ਲੱਖਾਂ ਦੀ ਤਾਦਾਦ ਵਿੱਚ ਸਿੱਧੇ ਮੁਕਾਬਲਾ ਮੁਸ਼ਕਲ ਹੈ। ਉਹਨਾਂ ਵਹੀਰ ਬਣਾਇਆ ਤੇ ਮਾਲਵੇ ਨੂੰ ਜਾ ਰਹੇ ਸਨ। ਇਹ ਦਿਨ ਰਾਤ ਪੈਂਡਾ ਇੱਕ ਕਰਕੇ ਅੱਜ ਦਾ ਦਿਨ, ਇਹ ਦਿਨ ਇਤਿਹਾਸਕਾਰਾਂ ਨੇ ਅੱਗੇ ਪਿੱਛੇ ਲਿਖੇ ਨੇ। ਖੈਰ ਅੱਜ ਮਨਾ ਰਹੇ ਹਾਂ। ਅੱਜ ਦੇ ਦਿਨ ਇਹਨੇ ਜਾ ਕੇ ਤਾਜ਼ਾ ਦਮ ਫੌਜ ਲੈ ਕੇ ਅੰਮ੍ਰਿਤ ਵੇਲੇ ਤੜਕੇ ਹਨੇਰੇ ਘੇਰਾ ਪਾ ਲਏ। ਲਿਖਿਆ ਪੰਥ ਪ੍ਰਕਾਸ਼ ਵਿੱਚ, ਨੇ ਤਾੜੇ ਸੁਚੇਤੇ ਸਿੱਖਾਂ ਅਜੇ ਸਰੀਰਕ ਕਿਰਿਆ ਵੀ ਨਹੀਂ ਕੀਤੀ, ਨਾ ਸਜੇ ਦਸਤਾਰੇ। ਇਸ਼ਨਾਨ ਕਿਸੇ ਕੀਤਾ ਕੋ ਕਰ ਰਿਹਾ, ਦਸਤਾਰੇ ਵੀ ਨਹੀਂ ਸਜਾ। ਆਏ ਪਰੇ ਗੁਰ ਗਿਲਜੇ, ਗੁਰ ਮਾਰੇ ਮੂਰੋਂ ਮਾਰੇ ਗਿਲਜੇ। ਇਹ ਆ ਕੇ ਪੈ ਗਿਆ। ਹੁਣ ਟਾਈਮ ਕੋਈ ਨਹੀਂ ਸੀ ਜ਼ਿਆਦਾ। ਸਭ ਤੋਂ ਪਹਿਲਾ ਕੰਮ ਕਿਹੜਾ ਕੀਤਾ? ਸਭ ਤੋਂ ਪਹਿਲੇ ਸਿੱਖ ਸਰਦਾਰ ਖੜੇ ਹੋਏ ਤੇ ਉਹਨਾਂ ਨੇ ਅਰਦਾਸ ਕੀਤੀ। ਉਹਨਾਂ ਨੇ ਕਿਹਾ ਅਰਦਾਸ ਕਰ ਲਈਏ, ਗੁਰੂ ਪਾਤਸ਼ਾਹ ਤੇਰਾ ਸਾਡਾ ਵਾਅਦਾ ਹੈ ਕਿ ਤੂੰ ਸਦਾ ਅੰਗ ਸੰਗ ਹੋਵੇਂਗਾ। ਅੱਜ ਆਪਣੇ ਪੰਥ ਨੂੰ ਬਚਾ ਲੈ। ਅਸੀਂ ਤੇ ਘਿਰ ਗਏ,
ਮੌਤ ਵਿੱਚ ਘਿਰ ਗਏ 4 ਚੁਫੇਰੇ ਤੇ ਕਹਿਣ ਲੱਗੇ ਦਾਤਿਆ ਜੇ ਪੰਥ ਦੀ ਰਹਿ ਗਈ ਤੇ ਗ੍ਰੰਥ ਦੀ ਰਹੇਗੀ। ਪੰਥ ਤੇ ਗ੍ਰੰਥ ਜੁੜੇ ਹੋਏ ਨੇ। ਗ੍ਰੰਥ ਦੀ ਸੇਵਾ ਕਿਸ ਨੇ ਕਰਨੀ ਹੈ? ਪੰਥ ਨੇ। ਗ੍ਰੰਥ ਨੂੰ ਮੱਥਾ ਕਿਸ ਨੇ ਟੇਕਣਾ ਹੈ? ਪੰਥ ਨੇ। ਗ੍ਰੰਥ ਦਾ ਸਤਿਕਾਰ ਕਿਸ ਨੇ ਕਰਨਾ ਹੈ? ਪੰਥ ਨੇ। ਕਹਿਣ ਲੱਗੇ कि ग्रंथ की रही तो पंथ की रहेगी नाथ, जो ग्रंथ की ना राखो तो पंथ की ना राखो तो ग्रंथ कौन मानेगो? कौन मानेगा? कृपा करे अपने पंथ नूं बचा लै। बस अरदास की, जंग शुरू हो गई। अहमद शाह बड़ा तजर्बेकार जरनैल सी। नादर शाह ने कहा सी सारे एशिया च मैनू इहो जिहा बंदा कोई नहीं लभा। उसने चाहया वहीर ते विच पहुँच के ना कतलाम करते हैं। बच्चे सारे मारते हैं, औरतां सब मारते हैं। ये लड़ाके जिहड़े ने इन्हां नाल फिर नजिठांगा। वो दीवार बनाई सी सिखां आले दुआले, लेकिन वो दीवार तोड़न विच सफल हो गया। विचकार पहुँच के उसने कतलाम की। थोड़े बहुत गिनती का फर्क है, पर फिर भी कहते हैं कि 60,000 साड़ी सारी उस वेले गिनती सी ते शाम तक 30,000 शहीद हो गए। जिहड़े बचे किसी की बांह कट्टी है, किसी की लत्त कट्टी है, नकारे हो गए। कुतबी पिंड दे कोल बड़ा वड्डा छप्पड़ सी। हर पिंड दे कोल छप्पड़ मिलता सी। लोग मिट्टी पुट पुट घरां नूं लाई जांदे सन ते हर पिंड विच पंजाब च वेखदे छप्पड़ सी। वो बड़ा वड्डा छप्पड़ से। प्यासियां फौजां थक टुट के गिर गईयां। एक पास्यों अहमद शाह अब्दाली की फौज पानी पी रही, दिन डुबन ते आया। एक पासे सिख पानी च जल छक रहे ने। कहते ने इथों बरनाले वल वधे। जंग बंद होई पर कमाल धन सिखी। धन गुरु गोबिंद सिंह तुसी ते धन तुहाडे सिख। अज वो दिन से अहमद शाह ने सोचिया हुण सिख पंथ कदी नहीं उठेगा। ये मैं खत्म कर देते। ये गए, मैं खत्म करके चलिया, मैं सफल हाँ। शाम नूं उस दिन भी रह रास का पाठ होया। उस दिन भी कहा कि नानक नाम चढ़दी कला, तेरे भाने सरबत का भला। बाजा वालिया पातशाह तेरा कुटान कोट शुक्र है, पंथ दे रखवाले शुक्र है। 4 महीने नहीं बतीत होने देते। खालसा पंथ ने जाके जैन खान को घेर लिया, सरहंद नूं घेरा पा लिया। वो तो हैरान हो गया ये किस मिट्टी के बने हुए ने। मैं समझिया सी खत्म हो गया। इन्होंने फिर आके कब्जा कर लिया। ये सतगुरु ने बख्शिश की सी। इन गरीब सिखन को देओ पातशाही, ये याद करें हमारी गुरियाई। सानू मारदे मारदे कई मर गए, लेकिन सिख पंथ जिहड़ा है किसी बंदे का नहीं साजे है। ये लखपत राय ने आख्या सी यैया खां, एक खतरी ने पंथ साजिया सी, खतरी दे हथों ही खत्म होएगा। उन्होंने पता नहीं सी ये किसने साजिया। खालसा अकाल पुरख की फौज, अकाल पुरख ने साजिया। प्रगटिओ खालसा परमात्मा की मौज। जे मौज का अर्थ हुंदा लहर। समुंदर च लहर उठती है तो बहुत कुछ बाहर आ जाता। रब चों लहर उठी ते खालसा प्रगट हो गया। प्रगटिओ खालसा परमात्मा की मौज। पर नाल सानू सुचेत गीता, जब लग खालसा रहे न्यारा, तब लग तेज दियो मैं सारा। जब ये गहे विप्रन के रीत, तो मैं न करूँ इनकी प्रतीत। खालसे नूं मुकाउण वाले मुक्का। उन्होंने कहा तुसी कदी नहीं मुकोगे, तुसी उस ते उपज हो। उसने तुहानू साजिया जिहड़ा अविनाशी है। वो कौन है? वाहिगुरु। ये फतेह दिया जिहड़ा बोलो तुसीं गजाउंदे हो, वाहिगुरु जी का खालसा, वाहिगुरु जी की फतेह। एक तो रब हारदा नहीं ते तुसीं भी नहीं हारना। दिन रात किसानां वास्ते अरदासां हो रही। थां थां ते सारा देश जिहड़ा है वो नाल आ। ते मैं एक बेनती करा, अरदास करने वाले कदी नहीं हारते। वाहिगुरु जी का खालसा है ते वाहिगुरु दी हमेशा फतेह हुंदी। अज जो दिन है कि अद्धियां नूं लगभग वो शहीद करके, अद्धियां नूं नकारे करके समझदा सी मुका देता। वो फिर बादशाह, वो फिर राजे।
ਸਤਿਗੁਰੂ ਦੀਆਂ ਮਿਹਰਾਂ ਨੇ। 2 ਦਿਨ ਹਾਜ਼ਰੀ ਭਰਦੇ ਹਾਂ, ਬੇਅੰਤੀ ਭੁੱਲਾਂ ਹੋਈਆਂ ਹੋਣਗੀਆਂ ਬਖਸ਼ ਲੈਣੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ, ਉਹਨਾਂ ਦਾ ਗੁਰੂ ਕੇ ਟਹਿਲੂਏ ਜਿੰਨੇ ਸਿੰਘ ਸਾਹਿਬ, ਬਾਕੀ ਮੈਂ ਤੇ ਇੱਥੇ ਤੱਕ ਹਾਂ ਜੋੜਿਆਂ ਦੀ ਸੇਵਾ ਕਰਨ ਵਾਲੇ, ਲੰਗਰਾਂ 'ਚ ਸੇਵਾ ਕਰਨ ਵਾਲੇ ਮਹਾਨ ਸੇਵਾਦਾਰ, ਗੁਰੂ ਕੀਆਂ ਸੰਗਤਾਂ, ਇੱਥੇ ਸੇਵਾ ਕਰਨ ਵਾਲੇ ਸਰਬੱਤ ਦਾ ਧੰਨਵਾਦ। ਭੁੱਲਾਂ ਦੀ ਖੇਮਾ। ਆਓ ਆਖਰੀ ਪੰਕਤੀਆਂ ਦਾ ਪਾਠ ਸਰਵਣ ਕਰੋ, ਫਤਿਹ ਗਜਾਈਏ ਜੀ। ਜਨ ਕੇ ਜੀਤ ਨਹੀਂ ਫੇਰੇ, ਆਪੇ ਭਇਆ ਸਹਾਈ, ਅਚਰਜ ਕੀਆ ਕਰਨ ਹਾਰੈ, ਨਾਨਕ ਸੱਚ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ